हेलो दोस्तों, ਅੱਜ ਅਸੀਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵਿਸਰਾਮ ਚਿੰਨ੍ਹ ਟੌਪਿਕ ਬਾਰੇ। ਵਿਸਰਾਮ ਚਿੰਨ੍ਹ ਨੂੰ ਇੰਗਲਿਸ਼ ਵਿੱਚ ਬੋਲਿਆ ਜਾਂਦਾ ਹੈ ਪੰਕਚੁਏਸ਼ਨ। ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਪੰਜਾਬੀ ਗ੍ਰਾਮਰ ਦਾ। ਪੰਜਾਬੀ ਦਾ ਜਿਹੜਾ ਕੁਆਲੀਫਾਈ ਪੇਪਰ ਹੈ ਦੋਸਤੋ, ਉਸ ਵਿੱਚ ਇਹ ਸਿਲੇਬਸ ਦੇ ਵਿੱਚ ਵਿਸਰਾਮ ਚਿੰਨ੍ਹ ਟੌਪਿਕ ਦਿੱਤਾ ਗਿਆ ਹੈ। ਅੱਜ ਅਸੀਂ ਇਸ ਵੀਡੀਓ ਵਿੱਚ ਇਸ ਟੌਪਿਕ ਨੂੰ ਕੰਪਲੀਟ ਪੜ੍ਹਾਂਗੇ, ਪੂਰਾ ਡਿਟੇਲ ਵਿੱਚ ਪੜ੍ਹਾਂਗੇ। ਜਿੰਨੇ ਵੀ ਵਿਸਰਾਮ ਚਿੰਨ੍ਹ ਹੁੰਦੇ ਨੇ, ਨਾਲ ਐਗਜ਼ਾਮਪਲ ਵੀ ਵੇਖਾਂਗੇ, ਉਦਾਹਰਣ ਵੀ ਵੇਖਾਂਗੇ ਉਹਨਾਂ ਦੇ ਕਿ ਕਿਸ ਤਰੀਕੇ ਨਾਲ ਇਹ ਚਿੰਨ੍ਹ ਵਰਤੇ ਜਾਂਦੇ ਨੇ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਦੋਸਤੋ ਵਿਸਰਾਮ ਚਿੰਨ੍ਹ ਦੀ ਪਰਿਭਾਸ਼ਾ ਕਿ ਵਿਸਰਾਮ ਚਿੰਨ੍ਹ ਕਹਿੰਦੇ ਕਿਹਨੂੰ ਹੈ। ਵਿਸਰਾਮ ਚਿੰਨ੍ਹ ਦੀ ਦੋਸਤੋ ਪਰਿਭਾਸ਼ਾ ਹੈ, ਵਿਸਰਾਮ ਦਾ ਅਰਥ ਹੁੰਦਾ ਹੈ ਠਹਿਰਾਓ, यानी कि किसी चीज का ठहराव होना या किसी चीज का रुकना या किसी चीज का अटकाव होना। विश्राम चिन्ह ਉਹ ਚਿੰਨ੍ਹ ਹੁੰਦੇ ਹਨ ਜਿਹੜੇ ਲਿਖਤ ਵਿੱਚ ਠਹਿਰਾਓ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ। ਵਿਸਰਾਮ ਚਿੰਨ੍ਹ ਦੀ ਪਰਿਭਾਸ਼ਾ ਹੈ ਦੋਸਤੋ, ਵਿਸਰਾਮ ਦਾ ਅਰਥ ਹੁੰਦਾ ਹੈ ਠਹਿਰਾਓ ਜਾਂ ਅਟਕਾਓ ਜਾਂ ਫਿਰ ਆਰਾਮ। ਚਿੰਨ੍ਹ ਦਾ ਅਰਥ ਹੁੰਦਾ ਹੈ ਨਿਸ਼ਾਨ। ਚਿੰਨ੍ਹ ਨੂੰ ਅਸੀਂ ਕੀ ਬੋਲਦੇ ਹਾਂ? ਨਿਸ਼ਾਨ ਬੋਲਦੇ ਹਾਂ। ਠਹਿਰਾਓ ਨੂੰ ਪ੍ਰਗਟ ਕਰਨ ਦੇ ਲਈ ਜਿਹੜੇ ਚਿੰਨ੍ਹ ਵਰਤੇ ਜਾਂਦੇ ਨੇ ਉਹਨਾਂ ਨੂੰ ਅਸੀਂ ਵਿਸਰਾਮ ਚਿੰਨ੍ਹ ਕਹਿੰਦੇ ਹਾਂ। ਹੁਣ ਦੋਸਤੋ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਵਿਸਰਾਮ ਚਿੰਨ੍ਹ ਦੀ ਕੀ ਮਹੱਤਤਾ ਹੁੰਦੀ ਹੈ। ਜੇ ਵਿਸਰਾਮ ਚਿੰਨ੍ਹ ਦੀ ਅਸੀਂ ਵਰਤੋਂ ਨਾ ਕਰੀਏ ਤਾਂ ਉਹਦੇ ਵਿੱਚ ਕੀ ਫਰਕ ਪੈਂਦਾ ਹੈ ਜਾਂ ਕੋਈ ਫਰਕ ਨਹੀਂ ਪੈਂਦਾ। ਤਾਂ ਵਿਸਰਾਮ ਚਿੰਨ੍ਹ ਦੀ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਮਹੱਤਤਾ ਬਾਰੇ। ਤਾਂ ਇਹਨਾਂ ਚਿੰਨ੍ਹਾਂ ਦੀ ਵਰਤੋਂ ਦੋਸਤੋ ਵਿਸ਼ੇਸ਼ ਮਹੱਤਤਾ ਰੱਖਦੀ ਹੈ। ਜੇ ਇਹ ਚਿੰਨ੍ਹ ਬੋਲਣ ਜਾਂ ਲਿਖਣ ਵੇਲੇ ਠੀਕ ਥਾਂ ਤੇ ਨਾ ਵਰਤੇ ਜਾਣ ਤਾਂ ਭਾਵਾਂ ਵਿੱਚ ਫਰਕ ਪੈ ਜਾਂਦਾ ਹੈ। ਯਾਨੀ ਕਿ ਜੇ ਅਸੀਂ ਇਹਨਾਂ ਚਿੰਨ੍ਹਾਂ ਨੂੰ ਅਸੀਂ ਸਹੀ ਥਾਂ ਤੇ ਨਾ ਵਰਤੀਏ ਜਾਂ ਸਹੀ ਬੋਲਣ ਵੇਲੇ ਜਾਂ ਲਿਖਣ ਵੇਲੇ ਸਹੀ ਥਾਂ ਤੇ ਇਹ ਨਾ ਵਰਤੇ ਜਾਣ ਤਾਂ ਉਸ ਜਿਹੜਾ ਸਾਡਾ ਇੱਕ ਸੈਂਟੈਂਸ ਹੋਏਗਾ, ਵਾਕ ਹੋਏਗਾ, ਉਹਦੇ ਵਿੱਚ ਪੂਰੇ ਤਰੀਕੇ ਨਾਲ ਉਹਦਾ ਜਿਹੜਾ ਭਾਵ ਹੋਏਗਾ ਬਿਲਕੁਲ ਹੀ ਡਿਫਰੈਂਟ, ਬਿਲਕੁਲ ਹੀ ਅਲੱਗ ਹੋ ਜਾਵੇਗਾ। ਜਿਵੇਂ ਕਿ ਸਭ ਤੋਂ ਪਹਿਲਾਂ ਅਸੀਂ ਉਦਾਹਰਣ ਦੇਖਦੇ ਹਾਂ, ਖੇਡੋ ਨਾ ਪੜ੍ਹੋ। ਅਸੀਂ ਕੀ ਕੀਤਾ? ਇੱਥੇ ਕਾਮੇ ਦੀ ਵਰਤੋਂ ਕੀਤੀ। ਖੇਡੋ ਨਾ, ਫਿਰ ਅਸੀਂ ਕਾਮੇ ਦੀ ਵਰਤੋਂ ਕਰਕੇ ਉਸ ਤੋਂ ਬਾਅਦ ਅਸੀਂ ਲਿਖਿਆ ਪੜ੍ਹੋ। ਹੁਣ ਇਹਦੇ ਵਿੱਚ ਤੁਸੀਂ ਦੇਖੋਗੇ ਖੇਡੋ ਨਾ ਪੜ੍ਹੋ, ਇਸ ਦਾ ਭਾਵ ਹੈ ਪੜ੍ਹਨਾ, ਯਾਨੀ ਕਿ ਖੇਡਣਾ ਨਹੀਂ ਹੈ, ਪੜ੍ਹਨਾ ਹੈ। ਇਸ ਦਾ ਭਾਵ ਹੋ ਜਾਏਗਾ ਪੜ੍ਹੋ। ਨੈਕਸਟ ਜਿਹੜਾ ਸਾਡਾ ਉਦਾਹਰਣ ਹੈ, ਇਹਦੇ ਵਿੱਚ ਅਸੀਂ ਕਾਮੇ ਦੀ ਵਰਤੋਂ ਠੀਕ ਨਾ ਤੋਂ ਪਹਿਲਾਂ ਕਰ ਰਹੇ ਹਾਂ। ਤਾਂ ਖੇਡੋ ਫਿਰ ਕਾਮਾ ਲਾ ਕੇ ਅਸੀਂ ਲਿਖਿਆ ਨਾ ਪੜ੍ਹੋ। ਇਸ ਦਾ ਮਤਲਬ ਹੋਏਗਾ ਭਾਵ ਖੇਡੋ, ਯਾਨੀ ਕਿ ਖੇਡੋ ਨਾ ਪੜ੍ਹੋ, ਯਾਨੀ ਕਿ ਪੜ੍ਹਨ ਦੇ ਲਈ ਨਹੀਂ ਕਹਿ ਰਹੇ ਹੈ ਕਿ ਪੜ੍ਹਨਾ ਨਹੀਂ ਹੈ, ਸਿਰਫ ਖੇਡਣਾ ਹੈ। ਤਾਂ ਸਿਰਫ ਦੇਖੋਗੇ ਤੁਸੀਂ ਦੋਨੋਂ ਜਿਹੜੇ ਵਾਕ ਨੇ ਉਹ ਬਿਲਕੁਲ ਹੀ ਇੱਕੋ ਜਿਹੇ ਨੇ, ਪਰ ਇਹਨਾਂ ਵਿੱਚ ਜਿਹੜੀ ਕਾਮੇ ਦੀ ਵਰਤੋਂ ਕੀਤੀ ਗਈ ਹੈ, ਪਹਿਲਾਂ ਅਸੀਂ ਨਾ ਤੋਂ ਬਾਅਦ ਵਰਤੋਂ ਕੀਤੀ ਤੇ ਅਸੀਂ ਦੂਜੇ ਉਦਾਹਰਣ ਦੇ ਵਿੱਚ ਨਾ ਤੋਂ ਪਹਿਲਾਂ ਕਾਮੇ ਦੀ ਇਸ ਜਗ੍ਹਾ ਤੇ ਵਰਤੋਂ ਕੀਤੀ। ਇਹਦੇ ਨਾਲ ਫਰਕ ਇਹ ਪੈ ਜਾਂਦਾ ਹੈ ਕਿ ਭਾਵ ਜਿਹੜਾ ਵਾਕ ਦਾ ਜਿਹੜਾ ਭਾਵ ਹੋਏਗਾ ਉਹ ਬਿਲਕੁਲ ਹੀ ਅਲੱਗ ਹੋ ਜਾਏਗਾ। ਖੇਡੋ ਨਾ ਪੜ੍ਹੋ ਦੇ ਵਿੱਚ ਮਤਲਬ ਗੱਲ ਹੋ ਰਹੀ ਹੈ ਭਾਵ ਪੜ੍ਹਨ ਦੀ ਗੱਲ ਹੋ ਰਹੀ ਹੈ। ਖੇਡੋ ਤੋਂ ਬਾਅਦ ਕੋਮਾ ਲੱਗਿਆ ਫਿਰ ਲਿਖਿਆ ਨਾ ਪੜ੍ਹੋ, ਇਸ ਦਾ ਮਤਲਬ ਭਾਵ ਖੇਡੋ ਦੀ ਵਰਤੋਂ ਹੋ ਰਹੀ ਹੈ। ਇਸ ਤਰੀਕੇ ਨਾਲ ਬਹੁਤ ਹੀ ਇੰਪੋਰਟੈਂਟ ਮਹੱਤਤਾ ਹੁੰਦੀ ਹੈ ਵਿਸਰਾਮ ਚਿੰਨ੍ਹਾਂ ਦੀ। ਜੇ ਅਸੀਂ ਇਹਨਾਂ ਨੂੰ ਸਹੀ ਥਾਂ ਤੇ ਨਾ ਵਰਤੀਏ ਕਾਮੇ ਨੂੰ ਜਾਂ ਜਿੰਨੇ ਵੀ ਸਾਡੇ ਪੰਕਚੁਏਸ਼ਨ ਹੁੰਦੇ ਨੇ, ਵਿਸਰਾਮ ਚਿੰਨ੍ਹ ਹੁੰਦੇ ਨੇ, ਤਾਂ ਉਸਦਾ ਜਿਹੜਾ ਵਾਕ ਦਾ ਭਾਵ ਹੁੰਦਾ ਹੈ ਉਹ ਬਿਲਕੁਲ ਹੀ ਅਲੱਗ ਹੋ ਜਾਂਦਾ ਹੈ। ਇਸੇ ਤਰੀਕੇ ਨਾਲ ਅਸੀਂ ਹੋਰ ਉਦਾਹਰਣ ਦੇਖਦੇ ਹਾਂ, ਜਿਵੇਂ ਰੋਕੋ ਨਾ ਜਾਣ ਦਿਓ। ਅਸੀਂ ਰੋਕੋ ਨਾ ਤੋਂ ਬਾਅਦ ਕਾਮੇ ਦੀ ਵਰਤੋਂ ਕੀਤੀ, ਫਿਰ ਲਿਖਿਆ ਜਾਣ ਦਿਓ। ਇਹਦੇ ਵਿੱਚ ਹੈ ਜਾਣ ਦੇਣ ਦਾ ਭਾਵ ਹੈ, ਯਾਨੀ ਕਿ ਰੋਕੋ ਨਾ ਜਾਣ ਦਿਓ, ਜਾਣ ਦੇਣ ਦਾ ਭਾਵ ਹੋ ਜਾਏਗਾ। ਫਿਰ ਦੂਜਾ ਜਿਹੜਾ ਉਦਾਹਰਣ ਹੈ, ਇਹਦੇ ਵਿੱਚ ਰੋਕੋ ਤੋਂ ਬਾਅਦ ਅਸੀਂ ਕਾਮੇ ਦੀ ਵਰਤੋਂ ਕੀਤੀ, ਫਿਰ ਲਿਖਿਆ ਹੈ ਨਾ ਜਾਣ ਦਿਓ। ਰੋਕੋ ਨਾ ਜਾਣ ਦਿਓ, ਯਾਨੀ ਕਿ ਰੋਕਣ ਦਾ ਭਾਵ ਇਸ ਵਿੱਚ ਦਿੱਤਾ ਗਿਆ ਹੈ। ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਅਸੀਂ ਇਹਨਾਂ ਦੀ ਵਿਸਰਾਮ ਚਿੰਨ੍ਹ ਦੀ ਵਰਤੋਂ ਸਹੀ ਥਾਂ ਤੇ ਨਾ ਕਰਾਂਗੇ ਤਾਂ ਪੂਰੇ ਜਿਹੜਾ ਵਾਕ ਹੋਏਗਾ ਉਹਦਾ ਅਰਥ ਬਿਲਕੁਲ ਹੀ ਅਲੱਗ ਹੋ ਜਾਵੇਗਾ। ਹੁਣ ਅਸੀਂ ਦੋਸਤੋ ਦੇਖਦੇ ਹਾਂ ਕਿ ਵਿਸਰਾਮ ਚਿੰਨ੍ਹ ਕਿੰਨੇ ਪ੍ਰਕਾਰ ਦੇ ਹੁੰਦੇ ਨੇ। ਤਾਂ ਵਿਸਰਾਮ ਚਿੰਨ੍ਹ ਸਾਡੇ ਕੋਲੇ ਟੋਟਲ 13 ਪ੍ਰਕਾਰ ਦੇ ਹੁੰਦੇ ਨੇ। ਵਿਸਰਾਮ ਚਿੰਨ੍ਹ 13 ਪ੍ਰਕਾਰ ਦੇ ਹੁੰਦੇ ਨੇ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਕਿਹੜੇ-ਕਿਹੜੇ ਉਹ 13 ਪ੍ਰਕਾਰ ਨੇ। ਸਭ ਤੋਂ ਪਹਿਲਾਂ ਜਿਹੜਾ ਸਾਡਾ ਵਿਸਰਾਮ ਚਿੰਨ੍ਹ ਹੁੰਦਾ ਹੈ ਉਹ ਹੁੰਦਾ ਹੈ ਡੰਡੀ ਜਾਂ ਪੂਰਨ ਵਿਸਰਾਮ। ਇਸ ਨੂੰ ਡੰਡੀ ਵੀ ਬੋਲਿਆ ਜਾਂਦਾ ਹੈ ਜਾਂ ਇਸ ਨੂੰ ਪੂਰਨ ਵਿਸਰਾਮ ਵੀ ਕਹਿ ਦਿੱਤਾ ਜਾਂਦਾ ਹੈ। ਸੈਕਿੰਡ ਹੈਗਾ ਸਾਡੇ ਕੋਲ ਦੂਸਰਾ ਪ੍ਰਸ਼ਨ ਚਿੰਨ੍ਹ। ਥਰਡ ਹੈਗਾ ਵਿਸਮਿਕ ਚਿੰਨ੍ਹ। ਫੋਰਥ ਹੈ ਕਾਮਾ। ਅਸੀਂ ਸਾਰਿਆਂ ਦੇ ਸਾਈਨ ਤੇ ਪੂਰੀ ਇਹਨਾਂ ਨੂੰ ਡਿਟੇਲ ਵਿੱਚ ਵੀ ਇਸ ਵੀਡੀਓ ਵਿੱਚ ਪੜਾਂਗੇ। ਪੰਜਵਾਂ ਸਾਡਾ ਹੈਗਾ ਪੁੱਠੇ ਕਾਮੇ। ਇਸ ਤੋਂ ਬਾਅਦ ਛੇਵਾਂ ਹੈ ਸਾਡਾ ਅਰਧ ਵਿਸ਼ਰਾਮ। ਸੱਤਵਾਂ ਦੋ ਬਿੰਦੀ ਜਾਂ ਕੋਲਨ। ਇਸ ਨੂੰ ਦੋ ਬਿੰਦੀ ਕਿਹਾ ਜਾਂਦਾ ਹੈ ਜਾਂ ਇਸ ਨੂੰ ਕੋਲਨ ਵੀ ਕਿਹਾ ਜਾਂਦਾ ਹੈ।
8ਵਾਂ ਹੈ ਸਾਡਾ ਡੈਸ਼, 9ਵਾਂ ਹੈ ਦੋ ਬਿੰਦੀ ਡੈਸ਼। ਇਸ ਤੋਂ ਬਾਅਦ 10ਵਾਂ ਹੈ ਸਾਡਾ ਜੋੜਨੀ, 11ਵਾਂ ਹੋ ਜਾਏਗਾ ਸਾਡਾ ਬ੍ਰੈਕਟ, ਤੇ 12ਵਾਂ ਹੋ ਜਾਏਗਾ ਛੁੱਟ ਮਰੋੜੀ, ਤੇ 13ਵਾਂ ਹੋ ਜਾਏਗਾ ਬਿੰਦੀ। ਇਹ ਸਾਡੇ 13 ਪ੍ਰਕਾਰ ਦੇ ਵਿਸਮਿਕ ਹੁੰਦੇ ਨੇ, ਯਾਨੀ ਕਿ ਇਹ ਵਿਸ਼ਰਾਮ ਚਿੰਨ੍ਹ, ਇਹ ਸਾਡੇ 13 ਪ੍ਰਕਾਰ ਦੇ ਵਿਸ਼ਰਾਮ ਚਿੰਨ੍ਹ ਹੁੰਦੇ ਨੇ। ਹੁਣ ਅਸੀਂ ਇਹਨਾਂ ਨੂੰ ਡਿਟੇਲ ਵਿੱਚ ਪੜ੍ਹਦੇ ਹਾਂ ਕਿ ਕਿਸ ਦਾ ਸਾਈਨ ਕਿਸ ਤਰੀਕੇ ਨਾਲ ਇਹਨਾਂ ਦੇ ਚਿੰਨ੍ਹ ਲਿਖੇ ਜਾਂਦੇ ਨੇ ਤੇ ਕਿਸ ਤਰ੍ਹਾਂ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਦਾਹਰਨ ਦੇ ਨਾਲ ਅਸੀਂ ਇਹਨਾਂ ਨੂੰ ਡਿਟੇਲ ਵਿੱਚ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਹੈ ਸਾਡੇ ਕੋਲ ਡੰਡੀ ਜਾਂ ਪੂਰਨ ਵਿਸ਼ਰਾਮ। ਡੰਡੀ ਜਾਂ ਪੂਰਨ ਵਿਸ਼ਰਾਮ ਨੂੰ ਕਿਸ ਤਰੀਕੇ ਨਾਲ ਲਿਖਿਆ ਜਾਂਦਾ ਹੈ, ਪਹਿਲਾਂ ਤਾਂ ਇਸ ਨੂੰ ਦੇਖਦੇ ਹਾਂ ਕਿ ਡੰਡੀ ਨੂੰ ਲਿਖਣ ਖਾਤਰ ਅਸੀਂ ਕੀ ਕਰਦੇ ਹਾਂ, ਸਿਰਫ ਇੱਕ ਲਾਈਨ ਡ੍ਰੌਪ ਕਰਦੇ ਹਾਂ ਇਸ ਤਰੀਕੇ ਨਾਲ, ਇਹ ਸਾਡੀ ਕੀ ਹੋ ਜਾਂਦੀ ਹੈ, ਡੰਡੀ ਹੋ ਜਾਂਦੀ ਹੈ। ਡੰਡੀ ਜਾਂ ਪੂਰਨ ਵਿਸ਼ਰਾਮ ਦਾ ਸਾਈਨ ਇਸ ਤਰੀਕੇ ਨਾਲ ਹੁੰਦਾ ਹੈ, ਤੇ ਜੇ ਇਸ ਨੂੰ ਤੁਸੀਂ ਇੰਗਲਿਸ਼ ਵਿੱਚ ਵੇਖੋਗੇ ਤਾਂ ਇੰਗਲਿਸ਼ ਵਿੱਚ ਲਿਖਿਆ ਜਾਂਦਾ ਹੈ ਇਸ ਨੂੰ ਫੁੱਲ ਸਟਾਪ। ਜਿੱਥੇ ਫੁੱਲ ਸਟਾਪ ਲਿਖਿਆ ਜਾਂਦਾ ਹੈ ਇੰਗਲਿਸ਼ ਵਿੱਚ, ਜਿੱਥੇ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਦੋਸਤੋ, ਉਸ ਥਾਂ ਅਸੀਂ ਪੰਜਾਬੀ ਦੇ ਵਿੱਚ ਕੀ ਕਰਦੇ ਹਾਂ, ਇੱਕ ਇਸ ਤਰੀਕੇ ਨਾਲ ਡੰਡਾ ਲਾਉਂਦੇ ਹਾਂ, ਇੱਕ ਡੰਡੀ ਦੀ ਵਰਤੋਂ ਕਰਦੇ ਹਾਂ। ਜਦੋਂ ਸਾਡੀ ਪੂਰੀ ਲਾਈਨ ਖਤਮ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਸ ਡੰਡੀ ਦੀ ਵਰਤੋਂ ਕੀਤੀ ਜਾਂਦੀ ਹੈ। ਪਹਿਲਾਂ ਇੱਕ ਵਾਰ ਇਹਨਾਂ ਦੇ ਸਿਰਫ ਸਾਈਨ ਦੇਖਦੇ ਹਾਂ, ਫਿਰ ਇਹਨਾਂ ਨੂੰ ਪੂਰਾ ਡਿਟੇਲ ਵਿੱਚ ਵੀ ਪੜਾਂਗੇ ਕਿ ਕਿਸ ਤਰੀਕੇ ਨਾਲ ਇਹ ਉਦਾਹਰਨ ਦੇ ਵਿੱਚ ਯੂਜ਼ ਹੁੰਦੇ ਨੇ, ਕਿਸ ਤਰ੍ਹਾਂ ਇਹ ਲਾਈਨਾਂ ਦੇ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਡੰਡੀ ਜਾਂ ਪੂਰਨ ਵਿਸ਼ਰਾਮ ਦਾ ਸਾਈਨ ਇਹ ਵਾਲਾ ਹੁੰਦਾ ਹੈ। ਇਸ ਤੋਂ ਬਾਅਦ ਜਿਹੜਾ ਪ੍ਰਸ਼ਨ ਚਿੰਨ੍ਹ ਹੁੰਦਾ ਹੈ ਇਹ ਹੁੰਦਾ ਹੈ, ਇਸ ਨੂੰ ਅਸੀਂ ਇੰਗਲਿਸ਼ ਵਿੱਚ ਕੀ ਬੋਲਾਂਗੇ, ਸਾਈਨ ਆਫ ਇੰਟਰੋਗੇਸ਼ਨ। ਨਾਲ ਨਾਲ ਥੋੜਾ ਇੰਗਲਿਸ਼ ਦੇਖ ਲੈਂਦੇ ਹਾਂ, ਸਾਈਨ ਆਫ ਇੰਟਰੋਗੇਸ਼ਨ, ਤਾਂ ਕਿ ਤੁਹਾਨੂੰ ਸਹੀ ਤਰੀਕੇ ਨਾਲ ਇਹ ਚੀਜ਼ਾਂ ਸਮਝ ਵਿੱਚ ਆ ਜਾਣ। ਸਾਈਨ ਆਫ ਇੰਟਰੋਗੇਸ਼ਨ, ਇਹਨੂੰ ਇੰਗਲਿਸ਼ ਵਿੱਚ ਕਿਹਾ ਜਾਂਦਾ ਪ੍ਰਸ਼ਨ ਚਿੰਨ੍ਹ ਨੂੰ ਸਾਈਨ ਆਫ ਇੰਟਰੋਗੇਸ਼ਨ। ਇਸ ਦਾ ਇਹ ਵਾਲਾ ਸਾਈਨ ਹੋਏਗਾ, ਇਹ ਵਾਲਾ ਸਾਈਨ ਹੋਏਗਾ ਸਾਈਨ ਆਫ ਪ੍ਰਸ਼ਨ ਚਿੰਨ੍ਹ ਦਾ। ਇਸ ਤੋਂ ਬਾਅਦ ਨੈਕਸਟ ਹੈ ਵਿਸਮਿਕ ਚਿੰਨ੍ਹ। ਵਿਸਮਿਕ ਚਿੰਨ੍ਹ ਨੂੰ ਇੰਗਲਿਸ਼ ਵਿੱਚ ਬੋਲਿਆ ਜਾਂਦਾ ਹੈ ਸਾਈਨ ਆਫ ਐਕਸਕਲੇਮੇਸ਼ਨ, ਸਾਈਨ ਆਫ ਐਕਸਕਲੇਮੇਸ਼ਨ, ਸਾਈਨ ਆਫ ਐਕਸਕਲੇਮੇਸ਼ਨ ਬੋਲਿਆ ਜਾਂਦਾ ਹੈ ਵਿਸਮਿਕ ਚਿੰਨ੍ਹ ਨੂੰ। ਤੇ ਇਸ ਦਾ ਜਿਹੜਾ ਸਾਈਨ ਹੁੰਦਾ ਹੈ ਇੱਕ ਡੰਡੀ ਦੀ ਤਰ੍ਹਾਂ ਹੁੰਦਾ ਹੈ, ਉਹਦੇ ਨੀਚੇ ਇੱਕ ਛੋਟੀ ਜਿਹੀ ਬਿੰਦੀ ਲੱਗਦੀ ਹੈ, ਯਾਨੀ ਕਿ ਉਲਟੇ ਆਈ ਦੇ ਆਕਾਰ ਵਰਗਾ ਇਸ ਦਾ ਇੱਕ ਸਾਈਨ ਹੁੰਦਾ ਹੈ। ਕਾਮਾ, ਕਾਮਾ ਨੂੰ ਦੋਸਤੋ ਇੰਗਲਿਸ਼ ਵਿੱਚ ਵੀ ਕੌਮਾ ਬੋਲਦੇ ਨੇ, COMMA। ਕੌਮਾ ਦੀ ਵਰਤੋਂ ਜਿਹੜੀ ਹੁੰਦੀ ਹੈ ਉਹ ਕਿਸ ਪ੍ਰਕਾਰ ਨਾਲ ਅੱਗੇ ਡਿਟੇਲ ਵਿੱਚ ਪੜਾਂਗੇ। ਤਾਂ ਇਸ ਦਾ ਸਾਈਨ ਹੋਏਗਾ ਇਸ ਤਰੀਕੇ ਨਾਲ, ਇਹ ਹੁੰਦਾ ਹੈ ਕੌਮਾ ਦਾ ਸਾਈਨ। ਤੇ ਜਿਹੜੇ ਪੁੱਠੇ ਕਾਮੇ ਹੁੰਦੇ ਆ ਦੋਸਤੋ, ਉਹਨਾਂ ਦਾ ਸਾਈਨ ਅਸੀਂ ਦੇਖਦੇ ਹਾਂ, ਉਹਨਾਂ ਨੂੰ ਇਨਵਰਟਡ ਕੌਮਾਸ ਬੋਲਦੇ ਨੇ ਇੰਗਲਿਸ਼ ਵਿੱਚ। ਪੁੱਠੇ ਕੌਮੇ ਨੂੰ ਇੰਗਲਿਸ਼ ਵਿੱਚ ਇਨਵਰਟਡ ਕੌਮਾ ਕਿਹਾ ਜਾਂਦਾ ਹੈ, ਇਨਵਰਟਡ ਕੋਮਾਜ਼ ਲਿਖਿਆ ਜਾਂਦਾ ਹੈ, ਇਨਵਰਟਡ ਕੋਮਾਜ਼। ਤੇ ਇਹਨਾਂ ਦੇ ਜਿਹੜੇ ਸਾਈਨ ਹੁੰਦੇ ਨੇ ਉਹ ਹੁੰਦੇ ਨੇ, ਉੱਪਰ ਨੂੰ ਇਸ ਤਰੀਕੇ ਨਾਲ ਦੋ ਕਾਮੇ ਲਾਏ ਜਾਂਦੇ ਨੇ ਉੱਪਰ ਦੀ ਤਰਫ, ਤੇ ਜਾਂ ਫਿਰ ਇਹਨਾਂ ਨੂੰ ਜਿਹੜਾ ਸਾਈਨ ਹੁੰਦਾ ਹੈ ਸਿੰਗਲ ਕੌਮੇ ਦੇ ਥਰੂ ਇਕਹਿਰੇ ਕੌਮੇ ਵੀ ਇਹਨਾਂ ਵਿੱਚ ਵਰਤੇ ਜਾਂਦੇ ਨੇ। ਜਾਂ ਤਾਂ ਇਕਹਿਰੇ ਕੌਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਇੱਕ ਵਾਲਾ ਉਲਟਾ ਹੁੰਦਾ ਹੈ ਇਹ ਇਸ ਤਰੀਕੇ ਨਾਲ, ਤੇ ਦੂਸਰਾ ਥੋੜਾ ਜਿਹਾ ਇਹਦਾ ਆਪੋਜਿਟ ਹੁੰਦਾ ਹੈ, ਯਾਨੀ ਕਿ ਉੱਪਰ ਨੂੰ, ਉੱਪਰ ਤੋਂ ਨੀਚੇ ਦੀ ਤਰਫ ਇਸ ਤਰੀਕੇ ਨਾਲ ਲਿਖਿਆ ਜਾਂਦਾ ਹੈ, ਯਾਨੀ ਕਿ ਸਿੰਗਲ ਕਾਮੇ ਵੀ ਹੁੰਦੇ ਨੇ, ਇਹ ਡਬਲ ਵੀ ਹੁੰਦੇ ਨੇ। ਇਹਨਾਂ ਦਾ ਸਾਈਨ ਬਿਲਕੁਲ ਪਹਿਲੇ ਦੋ S6 ਦੇ ਥਰੂ 6 ਦੇ ਤਰੀਕੇ ਨਾਲ, ਤੇ ਫਿਰ ਐਸੇ ਉਲਟੇ ਲਿਖੇ ਜਾਣਗੇ। ਇਹ ਵਾਲਾ ਵੀ ਸਿੰਗਲ ਉਲਟਾ, ਤੇ ਫਿਰ ਇਹ ਦੂਸਰਾ ਇਹਦਾ ਕਲੋਜ਼ ਵਾਲਾ ਉਲਟਾ ਹੋਏਗਾ। ਇਸ ਤਰੀਕੇ ਨਾਲ ਇਨਵਰਟਡ ਕੋਮਾਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਅਸੀਂ ਦੇਖਦੇ ਹਾਂ, ਇਹ ਤਾਂ ਦੇਖਿਆ ਸੀ ਸਾਈਨ ਇਹਨਾਂ ਦੇ, ਅੱਗੇ ਹੋਰ ਵੀ ਦੇਖਦੇ ਹਾਂ। ਪਹਿਲਾਂ ਸਭ ਦੇ ਸਾਈਨ ਦੇਖਦੇ ਹਾਂ, ਉਸ ਤੋਂ ਬਾਅਦ ਡਿਟੇਲ ਵਿੱਚ ਪੜਾਂਗੇ। ਡੰਡੀ ਜਾਂ ਪੂਰਨ ਵਿਸ਼ਰਾਮ ਨੂੰ ਫੁੱਲ ਸਟਾਪ ਕਹਿੰਦੇ ਨੇ, ਇਸ ਤਰੀਕੇ ਨਾਲ ਲੱਗਦੀ ਹੈ ਇੱਕ ਡੰਡੀ। ਪ੍ਰਸ਼ਨ ਚਿੰਨ੍ਹ ਇਸ ਤਰੀਕੇ ਦਾ ਸਾਈਨ ਹੁੰਦਾ ਹੈ, ਪ੍ਰਸ਼ਨ ਚਿੰਨ੍ਹ ਦਾ, ਪ੍ਰਸ਼ਨ ਚਿੰਨ੍ਹ ਦਾ ਸਾਈਨ ਹੋ ਜਾਏਗਾ ਇਹ ਵਾਲਾ। ਇਹ ਪ੍ਰਸ਼ਨ ਚਿੰਨ੍ਹ ਦਾ ਸਾਈਨ ਹੋ ਜਾਏਗਾ ਵਿਸਮਿਕ ਚਿੰਨ੍ਹ, ਸਾਈਨ ਆਫ ਐਕਸਕਲੇਮੇਸ਼ਨ, ਇਹ ਵਾਲਾ ਸਾਈਨ। ਕਾਮੇ ਦਾ ਇਹ ਵਾਲਾ ਸਾਈਨ। ਪੁੱਠੇ ਕਾਮੇ ਇਸ ਤਰੀਕੇ ਨਾਲ ਲੱਗਣਗੇ। ਪੁੱਠੇ ਕਾਮੇ ਦੂਰੇ ਵੀ ਹੁੰਦੇ ਨੇ ਤੇ ਇਕਹਿਰੇ ਵੀ ਹੁੰਦੇ ਨੇ, ਯਾਨੀ ਕਿ ਸਿੰਗਲ ਤੇ ਡਬਲ ਦੋਨੋਂ ਤਰੀਕੇ ਦੇ ਪੁੱਠੇ ਕਾਮੇ ਹੁੰਦੇ ਨੇ। ਇਸ ਤੋਂ ਬਾਅਦ ਹੈ ਦੋਸਤੋ ਅਰਧ ਵਿਸ਼ਰਾਮ। ਜਿਹੜਾ ਅਰਧ ਵਿਸ਼ਰਾਮ ਹੁੰਦਾ ਹੈ ਇਸ ਨੂੰ ਅਸੀਂ ਬੋਲਦੇ ਹਾਂ ਸੈਮੀਕੋਲਨ, ਸੈਮੀਕੋਲਨ। ਅਰਧ ਵਿਸ਼ਰਾਮ ਨੂੰ ਬੋਲਿਆ ਜਾਂਦਾ ਹੈ ਸੈਮੀਕੋਲਨ। ਸੈਮੀਕੋਲਨ ਨੂੰ ਅਸੀਂ ਕੀ ਆਖਾਂਗੇ, ਅਰਧ ਵਿਸ਼ਰਾਮ ਪੰਜਾਬੀ ਵਿੱਚ। ਤੇ ਇਸ ਦਾ ਜਿਹੜਾ ਸਾਈਨ ਹੁੰਦਾ ਹੈ ਇੱਕ ਬਿੰਦੀ ਲੱਗਦੀ ਹੈ, ਨੀਚੇ ਦੀ ਤਰਫ ਇੱਕ ਕੌਮਾ ਦੀ ਵਰਤੋਂ ਕੀਤੀ ਜਾਂਦੀ ਹੈ, ਇਹ ਨਿਸ਼ਾਨ ਹੁੰਦਾ ਹੈ ਸੈਮੀਕੋਲਨ ਦਾ। ਦੋ ਬਿੰਦੀ ਜਾਂ ਕੋਲਨ, ਦੋ ਬਿੰਦੀ ਜਾਂ ਕੋਲਨ ਜਿਹੜਾ ਹੁੰਦਾ ਹੈ
ਇਸ ਨੂੰ ਅਸੀਂ ਇੰਗਲਿਸ਼ ਵਿੱਚ ਸਿੱਧਾ ਡਾਇਰੈਕਟ ਕੋਲਨ ਬੋਲਦੇ ਹਾਂ। ਤੇ ਇਸ ਨੂੰ ਇੰਗਲਿਸ਼ ਵਿੱਚ ਸਿੱਧਾ ਕੋਲਨ ਬੋਲਿਆ ਜਾਂਦਾ ਹੈ ਤੇ ਇਹਦੇ ਵਿੱਚ ਉੱਪਰ ਤੇ ਨੀਚੇ ਦੀ ਤਰਫ ਦੋ ਬਿੰਦੀਆਂ ਲਾਈਆਂ ਜਾਂਦੀਆਂ ਨੇ। ਇਹ ਸਾਈਨ ਹੁੰਦਾ ਹੈ ਦੋ ਬਿੰਦੀ ਜਾਂ ਕੋਲਨ ਦਾ। ਇਸ ਤੋਂ ਬਾਅਦ ਹੈ ਡੈਸ਼। ਡੈਸ਼ ਨੂੰ ਇੰਗਲਿਸ਼ ਵਿੱਚ ਵੀ ਡੈਸ਼ ਹੀ ਬੋਲਦੇ ਆ ਤੇ ਇਸ ਦਾ ਜਿਹੜਾ ਸਾਈਨ ਹੁੰਦਾ ਹੈ ਉਹ ਇਸ ਤਰੀਕੇ ਨਾਲ ਹੋਏਗਾ। ਇੱਕ ਮਾਈਨਸ ਟਾਈਪ ਸਾਈਨ ਹੁੰਦਾ ਹੈ, ਜਿਵੇਂ ਪਲੱਸ ਮਾਈਨਸ ਦਾ ਸਾਈਨ ਹੁੰਦਾ ਹੈ, ਮਾਈਨਸ ਟਾਈਪ ਸਾਈਨ ਹੁੰਦਾ ਹੈ ਇਸਦਾ, ਇਸ ਨੂੰ ਬੋਲਦੇ ਹੈ ਡੈਸ਼। ਫਿਰ ਇੱਕ ਹੁੰਦਾ ਹੈ ਦੋਸਤੋ ਸਾਡੇ ਕੋਲੇ ਦੋ ਬਿੰਦੀ ਡੈਸ਼। ਦੋ ਬਿੰਦੀ ਡੈਸ਼ ਹੁੰਦਾ ਹੈ, ਇਸ ਨੂੰ ਇੰਗਲਿਸ਼ ਵਿੱਚ ਬੋਲਿਆ ਜਾਂਦਾ ਹੈ ਕੋਲਨ ਐਂਡ ਡੈਸ਼। ਕੋਲਨ ਐਂਡ ਡੈਸ਼ ਬੋਲਿਆ ਜਾਂਦਾ ਹੈ ਦੋ ਬਿੰਦੀ ਡੈਸ਼ ਨੂੰ। ਤੇ ਇਸ ਦਾ ਜਿਹੜਾ ਸਾਈਨ ਹੁੰਦਾ ਹੈ, ਪਹਿਲਾਂ ਦੋ ਬਿੰਦੀਆਂ ਲੱਗਦੀਆਂ ਹੈ, ਉਸ ਤੋਂ ਬਾਅਦ ਇੱਕ ਡੈਸ਼ ਲੱਗਦਾ ਹੈ। ਇਹ ਹੋ ਜਾਏਗਾ ਦੋ ਬਿੰਦੀ ਡੈਸ਼ ਦਾ ਸਾਈਨ। ਇਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲੇ ਜੋੜਨੀ। ਜੋੜਨੀ ਨੂੰ ਇੰਗਲਿਸ਼ ਵਿੱਚ ਬੋਲਦੇ ਹੈ ਹਾਈਫਨ। ਇੰਗਲਿਸ਼ ਵਿੱਚ ਬੋਲਦੇ ਹੈ ਜੋੜਨੀ ਨੂੰ ਹਾਈਫਨ। ਇਸ ਦਾ ਸਾਈਨ ਇਸ ਤਰੀਕੇ ਨਾਲ ਹੋਏਗਾ। ਇਹਦੇ ਵਿੱਚ ਥੋੜਾ ਜਿਹਾ ਡਿਫਰੈਂਸ ਹੁੰਦਾ ਹੈ, ਜਿਹੜਾ ਸਾਡਾ ਡੈਸ਼ ਹੁੰਦਾ ਹੈ ਤੇ ਹਾਈਫਨ ਹੁੰਦਾ ਹੈ, ਇਹਨਾਂ ਦੋਨਾਂ ਵਿੱਚ ਥੋੜਾ ਥੋੜਾ ਫਰਕ ਹੁੰਦਾ ਹੈ। ਇਸ ਤੋਂ ਬਾਅਦ ਹੈ ਬ੍ਰੈਕਟਸ। ਡਿਟੇਲ ਵਿੱਚ ਪੜਾਂਗੇ ਉਦੋਂ ਦੇਖਾਂਗੇ ਇਹਨਾਂ ਵਿੱਚ ਕੀ ਡਿਫਰੈਂਸਿਸ ਹੁੰਦੇ ਨੇ। ਜੋੜਨੀ ਤੋਂ ਬਾਅਦ ਜਿਹੜਾ ਸਾਡਾ ਨੈਕਸਟ ਹੈ ਉਹ ਹੈ ਦੋਸਤੋ ਬ੍ਰੈਕਟ। ਤੇ ਬ੍ਰੈਕਟ ਸਾਡੇ ਇਸ ਤਰੀਕੇ ਨਾਲ ਲੱਗਦੇ ਨੇ ਤੇ ਨਾਲੇ ਲੱਗਦੇ ਨੇ ਇਸ ਤਰੀਕੇ ਨਾਲ। ਇਹਨਾਂ ਨੂੰ ਛੋਟੇ ਤੇ ਵੱਡੇ ਬ੍ਰੈਕਟ ਵੀ ਬੋਲਿਆ ਜਾਂਦਾ ਹੈ, ਜਿਹੜੇ ਕਿ ਇਸ ਤਰੀਕੇ ਨਾਲ ਵਰਤੋਂ ਹੁੰਦੀ ਹੈ। ਮੈਥ ਦੇ ਵਿੱਚ ਇੱਕ ਮੰਜ਼ਲਾ ਬ੍ਰੈਕਟ ਵੀ ਵਰਤਿਆ ਜਾਂਦਾ ਹੈ, ਉਸ ਦਾ ਸਾਈਨ ਥੋੜਾ ਅਜੀਬ ਜਿਹਾ ਹੁੰਦਾ ਹੈ ਇਸ ਤਰੀਕੇ ਨਾਲ। ਉਸ ਦੀ ਵਰਤੋਂ ਇਹਦੇ ਵਿੱਚ ਗ੍ਰਾਮਰ ਵਿੱਚ ਨਹੀਂ ਹੁੰਦੀ, ਸਿਰਫ ਛੋਟੇ ਤੇ ਬ੍ਰੈਕਟਸ ਜਿਹੜੇ ਵੱਡੇ ਹੁੰਦੇ ਨੇ, ਜ਼ਿਆਦਾਤਰ ਛੋਟੇ ਬ੍ਰੈਕਟਸ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਨੈਕਸਟ ਹੈ ਦੋਸਤੋ ਛੁੱਟ ਮਰੋੜੀ। ਛੁੱਟ ਮਰੋੜੀ ਨੂੰ ਇੰਗਲਿਸ਼ ਵਿੱਚ ਬੋਲਿਆ ਜਾਂਦਾ ਹੈ ਐਪੋਸਟ੍ਰੋਫੀ। ਐਪੋਸਟ੍ਰੋਫੀ ਦਾ ਜਿਹੜਾ ਸਾਈਨ ਹੁੰਦਾ ਹੈ ਉਹ ਇਸ ਕਾਮੇ ਦੀ ਤਰ੍ਹਾਂ ਹੁੰਦਾ ਹੈ, ਪਰ ਇਹ ਜਿਹੜਾ ਕੋਈ ਅਸੀਂ ਸ਼ਬਦ ਲਿਖਦੇ ਹਾਂ ਉਸ ਦੇ ਉੱਪਰ ਦੀ ਤਰਫ ਇੱਕ ਛੋਟਾ ਜਿਹਾ ਕਾਮਾ ਲੱਗਦਾ ਹੈ, ਜਿਸ ਨੂੰ ਛੁੱਟ ਮਰੋੜੀ ਵੀ ਕਿਹਾ ਜਾਂਦਾ ਹੈ। ਅਸੀਂ ਇਹਨਾਂ ਸਾਰਿਆਂ ਨੂੰ ਡਿਟੇਲ ਵਿੱਚ ਵੀ ਪੜਾਂਗੇ, ਇੱਕ ਵਾਰੀ ਸਿਰਫ ਅਸੀਂ ਇਹਨਾਂ ਦੇ ਸਾਈਨ ਵੇਖ ਰਹੇ ਹਾਂ, ਇਹਨਾਂ ਦੇ ਸਾਰਿਆਂ ਦੇ ਚਿੰਨ੍ਹ ਵੇਖ ਰਹੇ ਹਾਂ। ਬਿੰਦੀ। ਬਿੰਦੀ ਦੋਸਤੋ ਬਿੰਦੀ ਨੂੰ ਇੰਗਲਿਸ਼ ਵਿੱਚ ਡਾਟ ਕਹਿੰਦੇ ਹੈ ਤੇ ਬਿਲਕੁਲ ਇੱਕ ਛੋਟਾ ਜਿਹਾ ਇਸ ਤਰੀਕੇ ਨਾਲ ਡਾਟ ਲਾ ਦੇਣਾ, ਛੋਟੀ ਜਿਹੀ ਇੱਕ ਇਸ ਤਰੀਕੇ ਨਾਲ ਬਿੰਦੀ ਲੱਗ ਜਾਣੀ, ਉਹ ਸਾਡੀ ਕੀ ਹੋ ਜਾਏਗੀ, ਨਾਰਮਲ ਬਿੰਦੀ ਹੋ ਜਾਏਗੀ। ਹੁਣ ਦੋਸਤੋ ਦੇਖਦੇ ਹਾਂ ਇਹਨਾਂ ਨੂੰ ਪੂਰਾ ਡਿਟੇਲ ਵਿੱਚ, ਕਿ ਇਹਨਾਂ ਨੂੰ ਨਾਲੇ ਐਗਜ਼ਾਮਪਲ ਵੇਖਾਂਗੇ। ਸਭ ਤੋਂ ਪਹਿਲਾਂ ਅਸੀਂ ਪੜਾਂਗੇ ਦੋਸਤੋ ਡੰਡੀ ਜਾਂ ਪੂਰਨ ਵਿਸ਼ਰਾਮ ਬਾਰੇ। ਤਾਂ ਦੋਸਤੋ ਜਿਹੜਾ ਸਾਡਾ ਡੰਡੀ ਹੈ, ਇੱਕ ਨੰਬਰ ਤੇ ਡੰਡੀ ਜਾਂ ਇਸ ਨੂੰ ਬੋਲਦੇ ਨੇ ਪੂਰਨ ਵਿਸ਼ਰਾਮ। ਇਸ ਦੀ ਪਰਿਭਾਸ਼ਾ ਕੀ ਹੁੰਦੀ ਹੈ, ਇਹ ਹੁੰਦਾ ਇਹ ਚਿੰਨ੍ਹ ਸਧਾਰਨ ਵਾਕ ਦੇ ਅੰਤ ਵਿੱਚ ਲੱਗਦਾ ਹੈ ਅਤੇ ਵਾਕ ਦੇ ਪੂਰਾ ਹੋਣ ਨੂੰ ਦਰਸਾਉਂਦਾ ਹੈ। ਡੰਡੀ ਦੋਸਤੋ ਕੋਈ ਵੀ ਸਧਾਰਨ ਵਾਕ ਹੁੰਦਾ ਹੈ ਉਹਦੇ ਅੰਤ ਵਿੱਚ ਲਾਈ ਜਾਂਦੀ ਹੈ, ਤੇ ਜਦੋਂ ਵਾਕ ਪੂਰਾ ਹੋ ਜਾਏ, ਯਾਨੀ ਕਿ ਡੰਡੀ ਲੱਗਣ ਤੋਂ ਬਾਅਦ ਸਾਡਾ ਉਹ ਵਾਕ ਕੀ ਹੋ ਜਾਂਦਾ ਹੈ, ਕੰਪਲੀਟ ਹੋ ਜਾਂਦਾ ਹੈ। ਜਦੋਂ ਅਸੀਂ ਡੰਡੀ ਲਾ ਦਿੰਦੇ ਹਾਂ ਵਾਕ ਦੇ ਅੰਤ ਵਿੱਚ, ਤਾਂ ਉਹ ਵਾਕ ਸਾਡਾ ਕੰਪਲੀਟ ਹੋ ਜਾਏਗਾ, ਯਾਨੀ ਕਿ ਪੂਰਾ ਹੋ ਜਾਏਗਾ। ਡੰਡੀ ਦਾ ਸਾਈਨ ਇਸ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਚੁੱਕਿਆ, ਇਸ ਤਰੀਕੇ ਨਾਲ ਸਾਡੀ ਡੰਡੀ ਲੱਗਦੀ ਹੈ। ਹੁਣ ਦੇਖਦੇ ਹਾਂ ਕੁਝ ਉਦਾਹਰਣ ਦੋਸਤੋ ਡੰਡੀ ਬਾਰੇ, ਕਿ ਕਿਸ ਕਿਸ ਤਰ੍ਹਾਂ ਦੇ ਐਗਜ਼ਾਮਪਲ ਨੇ, ਉਦਾਹਰਣ ਨੇ। ਜਿਵੇਂ ਕਿ ਸਾਡਾ ਜਿਹੜਾ ਪਹਿਲਾ ਉਦਾਹਰਣ ਹੈ ਉਹ ਹੈ ਰਾਮ ਬਾਜ਼ਾਰ ਗਿਆ ਸੀ। ਤਾਂ ਗਿਆ ਸੀ ਤੋਂ ਬਾਅਦ ਅਸੀਂ ਇੱਥੇ ਲਾਸਟ ਵਿੱਚ ਕੀ ਲਾਇਆ, ਇੱਕ ਡੰਡੀ ਲਾ ਦਿੱਤੀ। ਅਸੀਂ ਸਕੂਲ ਜਾ ਰਹੇ ਹਾਂ, ਲਾਸਟ ਵਿੱਚ ਇੱਕ ਡੰਡੀ ਲੱਗੇਗੀ। ਇਹ ਮੇਰੀ ਪੁਸਤਕ ਹੈ, ਵਾਕ ਕੰਪਲੀਟ ਹੋ ਗਿਆ, ਫਿਰ ਲਾਸਟ ਵਿੱਚ ਅਸੀਂ ਇੱਕ ਡੰਡੀ ਦੀ ਵਰਤੋਂ ਕੀਤੀ। ਮੈਂ ਸਕੂਲ ਜਾਂਦਾ ਹਾਂ, ਲਾਸਟ ਵਿੱਚ ਅਸੀਂ ਇੱਕ ਡੰਡੀ ਦੀ ਵਰਤੋਂ ਕੀਤੀ। ਇਹ ਹੋਈ ਦੋਸਤੋ ਪੂਰਨ ਵਿਸ਼ਰਾਮ ਜਾਂ ਡੰਡੀ ਬਾਰੇ, ਕਿ ਡੰਡੀ ਕਿਸ ਤਰੀਕੇ ਨਾਲ ਲੱਗਦੀ ਹੈ। ਦੋਸਤੋ ਕਈ ਵਾਰ ਕੀ ਹੁੰਦਾ ਹੈ, ਪੰਜਾਬੀ ਦੀਆਂ ਜੇ ਪੁਰਾਣੀਆਂ ਲਿਖਤਾਂ, ਜਿਵੇਂ ਕਿ ਦੋਸਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਸੀਂ ਇਸ ਦੀਆਂ ਦੋ ਡੰਡੀਆਂ ਦੀ ਵਰਤੋਂ ਹੋਈਆਂ ਵੀ ਸਾਨੂੰ ਮਿਲਦੀਆਂ ਨੇ। ਜਿਵੇਂ ਕਿ ਸਾਡੇ ਕੋਲ ਵਾਕ ਨੇ ਦੋਸਤੋ ਮਨ ਜਿੱਤੇ ਜਗ ਜੀਤ। ਜਿਵੇਂ ਅਸੀਂ ਲਿਖਿਆ ਮਨ ਜਿੱਤੇ ਜਗ ਜੀਤ, ਇਹਦੇ ਵਿੱਚ ਦੋ ਡੰਡੀਆਂ ਦੀ ਵਰਤੋਂ ਵੀ ਕੀਤੀ ਗਈ ਹੈ। ਇਸ ਤਰੀਕੇ ਨਾਲ ਅਸੀਂ ਦੇਖਾਂਗੇ ਕੁਝ ਲਾਈਨਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਦੋ ਡੰਡੀਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਤਾਂ ਇਹ ਤੁਸੀਂ ਸਪੈਸ਼ਲ ਧਿਆਨ ਰੱਖਣਾ ਹੈ। ਜਦੋਂ ਵਾਕ ਸਾਡਾ ਕੰਪਲੀਟ ਹੋਏਗਾ, ਸਿੰਪਲ ਸਧਾਰਨ ਵਾਕ ਹੋਏਗਾ, ਉਹਦੇ ਅੰਤ ਵਿੱਚ ਅਸੀਂ ਡੰਡੀ ਦੀ ਵਰਤੋਂ ਕਰਦੇ ਹਾਂ। ਇਸ ਤਰੀਕੇ ਨਾਲ ਜਿੱਥੇ ਅਸੀਂ ਪੰਜਾਬੀ ਗ੍ਰਾਮਰ ਵਿੱਚ ਡੰਡੀ ਦੀ ਵਰਤੋਂ ਕੀਤੀ ਜਾਂਦੀ ਹੈ, ਉਵੇਂ ਅਸੀਂ ਇੰਗਲਿਸ਼ ਦੇ ਵਿੱਚ ਜਿੱਥੇ ਅਸੀਂ ਡਾਟ ਦੀ ਯਾਨੀ ਕਿ ਬਿੰਦੀ ਦੀ ਵਰਤੋਂ ਕਰਦੇ ਹਾਂ। ਅੰਗਰੇਜ਼ੀ ਦੇ ਵਿੱਚ ਦੋਸਤੋ ਡੰਡੀ ਦੀ ਥਾਂ ਤੇ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਅਸੀਂ ਦੇਖਦੇ ਹਾਂ ਦੋਸਤੋ ਨੈਕਸਟ ਹੈ ਸਾਡਾ ਪ੍ਰਸ਼ਨ ਚਿੰਨ੍ਹ, ਯਾਨੀ ਕਿ ਅਸੀਂ ਪ੍ਰਸ਼ਨ ਚਿੰਨ੍ਹ ਬਾਰੇ ਦੇਖਦੇ ਹਾਂ। ਇਸ ਨੂੰ ਬੋਲਿਆ ਜਾਂਦਾ ਹੈ ਇੰਗਲਿਸ਼ ਵਿੱਚ ਸਾਈਨ ਆਫ ਇੰਟੈਰੋਗੇਸ਼ਨ, ਤੇ ਪ੍ਰਸ਼ਨ ਚਿੰਨ੍ਹ ਦਾ ਇਸ ਤਰੀਕੇ ਨਾਲ ਸਾਈਨ ਹੁੰਦਾ ਹੈ।
ਇਹ ਸਾਈਨ ਸਾਡਾ ਕਾਹਦਾ ਹੁੰਦਾ ਹੈ? ਇਹ ਸਾਈਨ ਹੋਏਗਾ ਪ੍ਰਸ਼ਨ ਚਿੰਨ੍ਹ ਦਾ। ਤਾਂ ਪ੍ਰਸ਼ਨ ਚਿੰਨ੍ਹ ਦੇ ਬਾਰੇ ਅਸੀਂ ਡਿਟੇਲ ਵਿੱਚ ਪੜ੍ਹਦੇ ਹਾਂ ਦੋਸਤੋ। ਸਵਾਲੀਆ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਆਉਂਦਾ ਹੈ, ਪਰ ਜੇ ਸਵਾਲੀਆ ਵਾਕ ਕਿਸੇ ਵਾਕ ਦੇ ਅਧੀਨ ਹੋਵੇ ਤਾਂ ਪੂਰਨ ਵਿਸ਼ਰਾਮ ਚਿੰਨ੍ਹ ਹੀ ਲੱਗਦਾ ਹੈ। ਦੋਸਤੋ ਇਸ ਲਾਈਨ ਦਾ ਕੀ ਮਤਲਬ ਹੈ? ਸਵਾਲੀਆ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਆਉਂਦਾ ਹੈ। ਜਦੋਂ ਵੀ ਅਸੀਂ ਕੋਈ ਸਵਾਲ ਪੁੱਛਣਾ ਹੈ, ਕੁਐਸਚਨ ਪੁੱਛਣਾ ਹੈ, ਉਦੋਂ ਅੰਤ ਵਿੱਚ ਅਸੀਂ ਇਸ ਕੁਐਸਚਨ ਮਾਰਕ ਨੂੰ ਯਾਨੀ ਕਿ ਪ੍ਰਸ਼ਨ ਚਿੰਨ੍ਹ ਨੂੰ ਲਾਉਂਦੇ ਹਾਂ। ਪਰ ਜੇ ਸਵਾਲੀਆ ਵਾਕ ਕਿਸੇ ਵਾਕ ਦੇ ਅਧੀਨ ਹੋਵੇ ਤਾਂ ਪੂਰਨ ਵਿਸ਼ਰਾਮ ਚਿੰਨ੍ਹ ਹੀ ਲੱਗਦਾ ਹੈ। ਫਿਰ ਅਸੀਂ ਪੂਰਨ ਵਿਸ਼ਰਾਮ ਚਿੰਨ੍ਹ ਦੀ ਹੀ ਵਰਤੋਂ ਕਰਦੇ ਹਾਂ। ਜਿਵੇਂ ਕਿ ਅਸੀਂ ਉਦਾਹਰਨ ਵੇਖਦੇ ਹਾਂ, ਤੁਹਾਡਾ ਕੀ ਨਾਂ ਹੈ? ਅਸੀਂ ਅੰਤ ਵਿੱਚ ਕੀ ਅਸੀਂ ਇੱਥੇ ਜਿਹੜਾ ਯੂਜ ਕੀਤਾ ਹੈ ਉਹ ਯੂਜ ਕੀਤਾ ਹੈ, ਤੁਸੀਂ ਅੰਤ ਵਿੱਚ ਵੇਖੋਗੇ ਇੱਥੇ ਕੁਐਸਚਨ ਮਾਰਕ ਯੂਜ ਕੀਤਾ ਗਿਆ ਹੈ। ਤਾਂ ਤੁਹਾਡਾ ਕੀ ਨਾਂ ਹੈ? ਜਦੋਂ ਵੀ ਅਸੀਂ ਕੋਈ ਕੁਐਸਚਨ ਪੁੱਛਾਂਗੇ, ਪ੍ਰਸ਼ਨ ਪੁੱਛਾਂਗੇ, ਤਾਂ ਅੰਤ ਵਿੱਚ ਅਸੀਂ ਪ੍ਰਸ਼ਨ ਚਿੰਨ੍ਹ ਵਰਤਾਂਗੇ। ਨੈਕਸਟ ਤੁਸੀਂ ਦੇਖੋਗੇ, ਮੈਂ ਮਰਾਂ ਜਾਂ ਜੀਵਾਂ ਤੈਨੂੰ ਇਸ ਨਾਲ ਕੀ। ਇਹ ਸਾਡਾ ਪਹਿਲਾ ਉਦਾਹਰਨ ਸੀਗਾ। ਦੂਸਰਾ ਉਦਾਹਰਨ ਹੈ ਸਾਡਾ ਸੈਕਿੰਡ, ਮੈਂ ਮਰਾਂ ਜਾਂ ਜੀਵਾਂ ਤੈਨੂੰ ਇਸ ਨਾਲ ਕੀ। ਅਸੀਂ ਇੱਥੇ ਅੰਤ ਵਿੱਚ ਇੱਕ ਡੰਡੀ ਦੀ ਵਰਤੋਂ ਕੀਤੀ ਹੈ, ਯਾਨੀ ਕਿ ਅਸੀਂ ਪੂਰਨ ਵਿਸ਼ਰਾਮ ਦੀ ਵਰਤੋਂ ਕੀਤੀ ਹੈ। ਤਾਂ ਦੋਸਤੋ ਇੱਥੇ ਅਸੀਂ ਕੁਐਸਚਨ ਮਾਰਕ ਨਹੀਂ ਵਰਤਿਆ, ਇਸ ਲਈ ਨਹੀਂ ਵਰਤਿਆ ਕਿਉਂਕਿ ਇਹ ਤੁਸੀਂ ਦੇਖੋਗੇ ਕਿ ਇਹ ਸਾਡਾ ਇੱਕ ਮਿਸ਼ਰਿਤ ਵਾਕ ਹੋ ਜਾਏਗਾ। ਜਿਹੜੇ ਵਾਕ ਸਧਾਰਨ ਸਿੰਪਲ ਪ੍ਰਸ਼ਨ ਪੁੱਛੇ ਜਾਂਦੇ ਨੇ, ਕੁਐਸਚਨ ਪੁੱਛੇ ਜਾਂਦੇ ਨੇ, ਉਹਨਾਂ ਦੇ ਅੰਤ ਵਿੱਚ ਕੁਐਸਚਨ ਲੱਗਦਾ ਹੈ, ਕੁਐਸਚਨ ਮਾਰਕ। ਪਰ ਜੇ ਸਵਾਲੀਆ ਵਾਕ ਕਿਸੇ ਵਾਕ ਦੇ ਅਧੀਨ ਹੋਵੇ ਯਾਨੀ ਕਿ ਮੈਂ ਮਰਾਂ ਜਾਂ ਜੀਵਾਂ ਤੈਨੂੰ ਇਸ ਨਾਲ ਕੀ, ਫਿਰ ਅਸੀਂ ਇੱਥੇ ਕੁਐਸਚਨ ਮਾਰਕ ਨਹੀਂ ਲਾਵਾਂਗੇ। ਜੇ ਕੁਐਸਚਨ ਮਾਰਕ ਲਾਵਾਂਗੇ ਤਾਂ ਸਾਡਾ ਜਿਹੜਾ ਕੁਐਸਚਨ ਹੈ ਉਹ ਗਲਤ ਹੋ ਜਾਏਗਾ। ਮੈਂ ਮਰਾਂ ਜਾਂ ਜੀਵਾਂ ਤੈਨੂੰ ਇਸ ਨਾਲ ਕੀ, ਇਹ ਇੱਕ ਮਿਸ਼ਰਿਤ ਵਾਕ ਹੋ ਜਾਏਗਾ। ਇਹ ਇੱਕ ਵਾਕ ਜਦੋਂ ਦੂਸਰੇ ਵਾਕ ਦੇ ਅਧੀਨ ਹੋਏਗਾ ਤਾਂ ਫਿਰ ਅਸੀਂ ਕੁਐਸਚਨ ਮਾਰਕ ਦੀ ਜਗ੍ਹਾ ਤੇ ਪੂਰਨ ਵਿਸ਼ਰਾਮ ਜਾਂ ਡੰਡੀ ਦੀ ਵਰਤੋਂ ਕਰਦੇ ਹਾਂ। ਇਸ ਤੋਂ ਬਾਅਦ ਅਸੀਂ ਨੈਕਸਟ ਪੜ੍ਹਦੇ ਹਾਂ ਦੋਸਤੋ ਵਿਸਮਿਕ ਚਿੰਨ੍ਹ ਬਾਰੇ। ਥਰਡ ਹੈ ਸਾਡਾ ਵਿਸਮਿਕ ਚਿੰਨ੍ਹ। ਤਾਂ ਵਿਸਮਿਕ ਚਿੰਨ੍ਹ ਦਾ ਮੈਂ ਸਾਈਨ ਤੁਹਾਨੂੰ ਦੱਸਿਆ ਸੀ ਦੋਸਤੋ, ਇਸ ਨੂੰ ਇੰਗਲਿਸ਼ ਵਿੱਚ ਬੋਲਿਆ ਜਾਂਦਾ ਹੈ ਸਾਈਨ ਆਫ ਐਕਸਕਲੇਮੇਸ਼ਨ। ਉਲਟੇ ਆਈ ਦੇ ਆਕਾਰ ਦਾ ਇਸ ਦਾ ਇੱਕ ਸਾਈਨ ਹੁੰਦਾ ਹੈ, ਯਾਨੀ ਕਿ ਇੱਕ ਡੰਡੀ ਲੱਗਦੀ ਹੈ, ਉਹਦੇ ਨੀਚੇ ਇੱਕ ਬਿੰਦੀ ਯਾਨੀ ਕਿ ਇੱਕ ਡਾਟ ਜਿਹਾ ਲੱਗਦਾ ਹੈ। ਇਸ ਨੂੰ ਬੋਲਦੇ ਹੈ ਵਿਸਮਿਕ ਚਿੰਨ੍ਹ। ਜਿਨ੍ਹਾਂ ਵਾਕਾਂ ਵਿੱਚ ਕਿਸੇ ਨੂੰ ਸੰਬੋਧਨ ਕਰਨ ਵੇਲੇ ਖੁਸ਼ੀ, ਗਮੀ ਜਾਂ ਹੈਰਾਨੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੋਵੇ, ਉਹਨਾਂ ਸ਼ਬਦਾਂ ਦੇ ਅੰਤ ਵਿੱਚ ਇਹ ਚਿੰਨ੍ਹ ਲੱਗਦਾ ਹੈ। ਤਾਂ ਵਿਸਮਿਕ ਚਿੰਨ੍ਹ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਦੋਸਤੋ ਜਦੋਂ ਅਸੀਂ ਸੰਬੋਧਨ ਕਰਦੇ ਹੋਈਏ ਵਾਕ ਦੇ ਵਿੱਚ ਕਿਸੇ ਖੁਸ਼ੀ ਦਾ, ਕਿਸੇ ਗਮੀ ਦਾ ਜਾਂ ਹੈਰਾਨੀ ਦਾ ਪ੍ਰਗਟਾਵਾ ਕਰਦੇ ਹਾਂ, ਤਾਂ ਉਹਨਾਂ ਸ਼ਬਦਾਂ ਦੇ ਅੰਤ ਵਿੱਚ ਇਹ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹੜਾ ਕਿ ਸਾਡਾ ਵਿਸਮਿਕ ਚਿੰਨ੍ਹ ਹੈ। ਹੁਣ ਅਸੀਂ ਉਦਾਹਰਨ ਵੇਖਦੇ ਹਾਂ ਵਿਸਮਿਕ ਚਿੰਨ੍ਹ ਬਾਰੇ ਕਿ ਕਿਸ ਤਰੀਕੇ ਦੇ ਉਦਾਹਰਨ ਅਸੀਂ ਦੇਖਦੇ ਹਾਂ ਇਹਦੇ ਵਿੱਚ। ਜਿਵੇਂ ਕਿ ਪਹਿਲਾ ਹੈ ਸਾਡੇ ਕੋਲ, ਓਏ ਭਰਾਵਾ ਤੂੰ ਜਿੱਤ ਗਿਆ। ਤਾਂ ਇਹਦੇ ਵਿੱਚ ਅਸੀਂ ਦੇਖਾਂਗੇ ਓਏ ਭਰਾਵਾ ਤੂੰ ਜਿੱਤ ਗਿਆ, ਯਾਨੀ ਕਿ ਇੱਕ ਪ੍ਰਕਾਰ ਨਾਲ ਖੁਸ਼ੀ ਦਾ ਭਾਵ ਹੈ। ਤਾਂ ਅਸੀਂ ਓਏ ਭਰਾਵਾ ਤੋਂ ਬਾਅਦ ਇਹ ਵਾਲਾ ਸਾਈਨ ਵਰਤ ਰਹੇ ਹਾਂ। ਇੱਥੇ ਇਸ ਸਾਈਨ ਨੂੰ ਬੋਲਿਆ ਜਾਂਦਾ ਹੈ ਸਾਈਨ ਆਫ ਐਕਸਕਲੇਮੇਸ਼ਨ, ਯਾਨੀ ਕਿ ਵਿਸਮਿਕ ਚਿੰਨ੍ਹ। ਇਸ ਨੂੰ ਵਿਸਮਿਕ ਚਿੰਨ੍ਹ ਬੋਲਦੇ ਹੈ। ਉਲਟੇ ਆਈ ਦਾ ਆਕਾਰ ਹੁੰਦਾ ਹੈ ਇਸਦਾ, ਯਾਨੀ ਕਿ ਇੱਕ ਡੰਡੀ ਲੱਗਦੀ ਹੈ, ਉਹਦੇ ਨੀਚੇ ਇੱਕ ਬਿੰਦੀ ਲੱਗਦੀ ਹੈ। ਤਾਂ ਓਏ ਭਰਾਵਾ ਤੂੰ ਜਿੱਤ ਗਿਆ, ਇੱਥੇ ਖੁਸ਼ੀ ਦਾ ਭਾਵ ਹੈ। ਯਾਨੀ ਕਿ ਜਿਹੜੇ ਸਾਡੇ ਵਿਸਮਿਕ ਚਿੰਨ੍ਹ ਹੁੰਦੇ ਨੇ ਉਹ ਅਫਸੋਸ, ਹੈਰਾਨੀ, ਪ੍ਰਸ਼ੰਸਾ, ਇੱਛਾ, ਫਟਕਾਰ, ਖੁਸ਼ੀ, ਗਮੀ, ਇਸ ਪ੍ਰਕਾਰ ਦੇ ਜਿੰਨੇ ਵੀ ਸਾਡੇ ਅਸੀਂ ਸੰਬੋਧਨ ਕਰਨ ਵਾਲੇ ਸ਼ਬਦ ਲਿਖਦੇ ਹਾਂ, ਉਹਨਾਂ ਤੋਂ ਬਾਅਦ ਇਹ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਨੈਕਸਟ ਹੈ ਮੈਂ ਪਾਸ ਹੋ ਗਿਆ। ਤਾਂ ਇੱਥੇ ਇੱਕ ਹੈਰਾਨੀ ਵਾਲੀ ਗੱਲ ਹੋਏਗੀ, ਤਾਂ ਉਸਦੇ ਹੈ ਤੋਂ ਬਾਅਦ ਅਸੀਂ ਮੈਂ ਪਾਸ ਹੋ ਗਿਆ, ਤਾਂ ਹੈ ਤੋਂ ਬਾਅਦ ਅਸੀਂ ਜਿਹੜਾ ਸਾਈਨ ਆਫ ਐਕਸਕਲੇਮੇਸ਼ਨ ਹੈ, ਵਿਸਮਿਕ ਚਿੰਨ੍ਹ ਹੈ, ਇਸ ਦੀ ਵਰਤੋਂ ਕੀਤੀ ਹੈ। ਵਾਹ ਕਿੰਨਾ ਸੋਹਣਾ ਫੁੱਲ ਹੈ, ਇੱਕ ਮਤਲਬ ਖੁਸ਼ੀ ਵਾਲੀ ਗੱਲ ਹੈ ਜਾਂ ਇੱਕ ਪ੍ਰਸ਼ੰਸਾ ਵਾਲੀ ਗੱਲ ਹੈ। ਤਾਂ ਇਸ ਦੇ ਲਈ ਅਸੀਂ ਕੀ ਕਰਾਂਗੇ, ਵਾਹ ਤੋਂ ਬਾਅਦ ਇਸ ਸਾਈਨ ਦੀ ਵਰਤੋਂ ਕਰਾਂਗੇ। ਤੇ ਕਿੰਨਾ ਸੋਹਣਾ ਫੁੱਲ ਹੈ ਤੋਂ ਬਾਅਦ ਅਸੀਂ ਫਿਰ ਇਸ ਦੀ ਵਰਤੋਂ ਕਰਾਂਗੇ। ਸਦਕੇ ਜਾਵਾਂ, ਬੱਲੇ ਬੱਲੇ, ਸ਼ਾਬਾਸੇ, ਇਹ ਸਾਰੇ ਜਿਹੜੇ ਇਸ ਟਾਈਪ ਦੇ ਜਿੰਨੇ ਵੀ ਸ਼ਬਦ ਹੁੰਦੇ ਨੇ, ਤਾਂ ਉਹਨਾਂ ਸਾਰੇ ਸ਼ਬਦਾਂ ਤੋਂ ਬਾਅਦ ਤੁਸੀਂ ਇਸ ਸਾਈਨ ਨੂੰ ਦੇਖਣ ਨੂੰ ਮਿਲੇਗਾ ਤੁਹਾਨੂੰ, ਸ਼ਾਬਾਸੇ, ਬੱਲੇ ਬੱਲੇ, ਸਦਕੇ ਜਾਵਾਂ, ਵਾਹ ਕਮਾਲ ਹੋ ਗਿਆ। ਤਾਂ ਵਾਹ ਤੋਂ ਬਾਅਦ ਅਸੀਂ ਕੀ ਕਰਾਂਗੇ, ਇਸ ਪ੍ਰਕਾਰ ਦਾ ਸਾਈਨ ਯੂਜ ਕਰਾਂਗੇ, ਵਾਹ ਕਮਾਲ ਹੋ ਗਿਆ। ਤਾਂ ਇਹ ਸਾਈਨ ਉੱਥੇ ਲੱਗੇਗਾ ਦੋਸਤੋ ਜਦੋਂ ਕੋਈ ਵੀ ਗੱਲ ਦੀ ਹੈਰਾਨੀ ਵਾਲੀ ਗੱਲ ਹੋਵੇ, ਪ੍ਰਸ਼ੰਸਾ ਵਾਲੀ ਗੱਲ ਹੋਵੇ, ਜਾਂ ਫਿਰ ਕੋਈ ਫਟਕਾਰ ਦੀ ਗੱਲ ਹੋਵੇ, ਇੱਛਾ ਦੀ ਗੱਲ ਹੋਵੇ। ਇੱਛਾ ਵਾਲੀ ਗੱਲ ਜਿਵੇਂ ਹੇ ਪ੍ਰਮਾਤਮਾ ਮੇਰੇ ਕੋਲ ਵਿਕਾਰ ਹੋਵੇ, ਤਾਂ ਹੇ ਪ੍ਰਮਾਤਮਾ ਤੋਂ ਬਾਅਦ ਅਸੀਂ ਇਸ ਸਾਈਨ ਦੀ ਵਰਤੋਂ ਕਰਾਂਗੇ। ਇਸ ਤਰੀਕੇ ਨਾਲ ਇਹ ਸਾਈਨ
ਵਰਤਿਆ ਜਾਂਦਾ ਹੈ। ਵਿਸਮਿਕ ਚਿੰਨ੍ਹ ਦੇ ਵਿੱਚ ਦੋਸਤੋ ਇੱਕ ਗੱਲ ਬਹੁਤ ਧਿਆਨ ਦੇਣ ਵਾਲੀ ਹੈ। ਕਈ ਵਾਰ ਕੀ ਹੁੰਦਾ ਹੈ ਕਿ ਇਸ ਜਿਹੜਾ ਵਿਸਮਿਕ ਸਾਈਨ ਹੁੰਦਾ ਹੈ, ਇਸ ਨੂੰ ਵਿਸਮਿਕ ਚਿੰਨ੍ਹ ਨੂੰ ਦੂਹਰਾ ਜਾਂ ਫਿਰ ਤੀਹਰਾ ਵੀ ਵਰਤ ਲਿਆ ਜਾਂਦਾ ਹੈ ਦੋਸਤੋ। ਯਾਨੀ ਕਿ ਇਸ ਨੂੰ ਡਬਲ ਜਾਂ ਟ੍ਰਿਪਲ ਵੀ ਯੂਜ ਕੀਤਾ ਜਾ ਸਕਦਾ ਹੈ। ਜਿਵੇਂ ਅਸੀਂ ਹੁਣ ਕਈ ਵਾਰ ਬੋਲਦੇ ਹਾਂ ਰਾਮ, ਜਿਵੇਂ ਇੱਥੇ ਹੁਣ ਇੱਕ ਸ਼ਬਦ ਲਿਖਿਆ ਜਾਂਦਾ ਹੈ ਰਾਮ, ਤਾਂ ਇਹ ਅਸੀਂ ਰਾਮ ਲਿਖਿਆ ਤਾਂ ਰਾਮ ਤੋਂ ਬਾਅਦ ਅਸੀਂ ਇੱਕ ਵਾਰ ਇਸ ਸਾਈਨ ਨੂੰ ਵੀ ਵਰਤ ਸਕਦੇ ਹਾਂ, ਇਹ ਵੀ ਸਹੀ ਹੈ ਸਾਡਾ। ਤੇ ਰਾਮ ਤੋਂ ਬਾਅਦ ਅਸੀਂ ਇਸ ਸਾਈਨ ਨੂੰ ਜੇ 2 ਵਾਰ ਯੂਜ ਕਰੀਏ ਤਾਂ ਵੀ ਸਹੀ ਹੋਏਗਾ। ਯਾਨੀ ਕਿ ਜਦੋਂ ਅਸੀਂ ਕਈ ਵਾਰ ਵਿਸਮਿਕ ਜਿਹੜੇ ਭਾਵ ਹੁੰਦੇ ਨੇ ਉਹਨਾਂ ਨੂੰ ਵਧਾਉਣ ਦੇ ਲਈ ਇਸ ਚਿੰਨ੍ਹ ਨੂੰ ਅਸੀਂ ਦੂਹਰਾ ਜਾਂ ਤੀਹਰਾ ਵੀ ਵਰਤ ਲਿਆ ਜਾਂਦਾ ਹੈ। ਜਿਵੇਂ ਕਿ ਹੁਣ ਇੱਥੇ ਰਾਮ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਕ ਸਾਈਨ ਦਾ ਵਰਤੋਂ ਕੀਤਾ, ਫਿਰ ਜੇ ਅਸੀਂ ਇਹਨੂੰ ਲਿਖੀਏ ਕਿ ਰਾਮ ਰਾਮ 2 ਵਾਰ ਲਿਖਿਆ, ਅਸੀਂ ਰਾਮ ਲਿਖਿਆ, ਇਸ ਤੋਂ ਬਾਅਦ ਅਸੀਂ ਇਸ ਨੂੰ ਰਾਮ ਲਿਖਿਆ, ਤਾਂ ਰਾਮ ਰਾਮ ਅਸੀਂ ਅਗਰ 2 ਵਾਰ ਲਿਖਿਆ ਤਾਂ ਪਹਿਲੇ ਤੇ 1 ਵਾਰ ਲੱਗੇਗਾ ਤਾਂ ਦੂਸਰੇ ਦੇ ਅਸੀਂ 2 ਵਾਰ ਲਾ ਸਕਦੇ ਹਾਂ। ਇਹ ਵੀ ਕੋਈ ਗਲਤ ਨਹੀਂ ਹੈ, ਇਸ ਤਰੀਕੇ ਨਾਲ ਵੀ ਲਿਖਿਆ ਜਾਂਦਾ ਹੈ। ਤੇ ਇਸ ਨੂੰ ਤੀਹਰਾ ਵਰਤੀਏ ਤਾਂ ਫਿਰ ਅਸੀਂ 3 ਵਾਰ ਜੇ ਮੰਨ ਲਓ ਇੱਥੇ ਰਾਮ ਲਿਖਿਆ ਤਾਂ ਇਸ ਨੂੰ ਤੀਹਰਾ ਵੀ ਵਰਤਿਆ ਜਾ ਸਕਦਾ, ਇਹ ਵੀ ਕੋਈ ਗਲਤ ਹੈ ਨਹੀਂ। ਜਿਵੇਂ ਅਸੀਂ ਇੱਥੇ ਲਿਖਿਆ ਰਾਮ, ਇਸ ਤੋਂ ਬਾਅਦ ਅਸੀਂ ਫੇਰ ਲਿਖਿਆ ਰਾਮ, ਤੇ ਤੀਸਰੇ ਵਾਰ ਅਸੀਂ ਫੇਰ ਲਿਖਿਆ ਰਾਮ। ਤੇ ਜੇ ਇਸ ਸਾਈਨ ਨੂੰ ਇਸ ਤਰੀਕੇ ਨਾਲ ਅਸੀਂ 3 ਵਾਰ ਲਿਖਤਾ ਤਾਂ 1 ਵਾਰ ਵੀ ਲੱਗ ਜਾਂਦਾ ਹੈ ਦੋਸਤੋ। ਇਹ ਵਾਲਾ ਸਾਈਨ 2 ਵਾਰ ਵੀ ਯੂਜ ਹੋ ਜਾਂਦਾ ਹੈ ਤੇ ਵਿਸਮਿਕ ਚਿੰਨ੍ਹ ਸਾਡਾ 3 ਵਾਰ ਵੀ ਯੂਜ ਹੋ ਜਾਂਦਾ ਹੈ। ਇਹ ਕਦੇ ਗਲਤ ਨਹੀਂ ਹੁੰਦਾ। ਕਈ ਵਾਰ ਸਟੂਡੈਂਟ ਨੂੰ ਕਨਫਿਊਜ਼ਨ ਹੋ ਜਾਂਦੀ ਹੈ ਕਿ ਇੱਥੇ 2 ਵਾਰ ਲੱਗਿਆ ਤਾਂ ਇਹ ਮਿਸਟੇਕ ਹੈ, ਜਾਂ ਫਿਰ ਇੱਥੇ 3 ਵਾਰ ਲੱਗਿਆ ਤਾਂ ਮਿਸਟੇਕ ਹੈ। ਤਾਂ ਇਸ ਨੂੰ ਭਾਵ ਨੂੰ ਵਧਾਉਣ ਦੇ ਲਈ ਅਸੀਂ ਇਸ ਨੂੰ ਦੂਹਰਾ ਜਾਂ ਤੀਹਰਾ ਵੀ ਵਰਤ ਸਕਦੇ ਹਾਂ। ਇਸ ਤੋਂ ਬਾਅਦ ਅਸੀਂ ਨੈਕਸਟ ਪੜ੍ਹਦੇ ਹਾਂ ਦੋਸਤੋ। ਨੈਕਸਟ ਹੈ ਸਾਡਾ ਕਾਮੇ। ਤਾਂ ਕਾਮੇ ਦੀ ਵਰਤੋਂ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ? ਤਾਂ ਕਾਮੇ ਦਾ ਸਾਈਨ ਮੈਂ ਤੁਹਾਨੂੰ ਦੱਸਿਆ ਸੀ, ਇੱਕ ਇਸ ਤਰੀਕੇ ਨਾਲ ਲੱਗੇਗਾ, ਇਹ ਵਾਲਾ ਸਾਡਾ ਕੀ ਹੋਏਗਾ ਸਾਈਨ, ਕਾਮੇ ਦਾ ਸਾਈਨ ਹੋ ਜਾਏਗਾ। ਤਾਂ ਕਾਮੇ ਦੀ ਵਰਤੋਂ ਵਾਕ ਵਿੱਚ ਥੋੜ੍ਹਾ ਜਿਹਾ ਠਹਿਰਾਅ ਕਰਨ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਪੂਰਨ ਵਿਸ਼ਰਾਮ ਜਾਂ ਅਸੀਂ ਜਦੋਂ ਡੰਡੀ ਦੀ ਵਰਤੋਂ ਕਰਦੇ ਹਾਂ, ਉਹ ਤਾਂ ਪੂਰਾ ਇੱਕਦਮ ਠਹਿਰਾਅ ਕਰਨ ਦੇ ਲਈ ਹੁੰਦੀ ਹੈ। ਬਹੁਤ ਜ਼ਿਆਦਾ ਠਹਿਰਾਅ ਕਰਨਾ ਹੋਵੇ, ਜਦੋਂ ਸਾਡਾ ਪੂਰਾ ਤਰੀਕੇ ਨਾਲ ਠਹਿਰਾਅ ਕਰਨਾ ਹੋਵੇ ਤਾਂ ਡੰਡੀ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਕਾਮੇ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਥੋੜ੍ਹਾ ਜਿਹਾ ਠਹਿਰਾਅ ਕਰਨਾ ਹੋਵੇ, ਯਾਨੀ ਕਿ ਇੱਕ ਸਾਡਾ ਵਾਕ ਲਗਾਤਾਰ ਚੱਲ ਰਿਹਾ ਹੋਵੇ, ਉਹਦੇ ਵਿੱਚ ਪੜ੍ਹਦੇ ਪੜ੍ਹਦੇ ਅਸੀਂ ਥੋੜ੍ਹਾ ਜਿਹਾ ਠਹਿਰਾਅ ਤੋਂ ਬਾਅਦ ਬੋਲਦੇ ਹਾਂ ਤਾਂ ਅਸੀਂ ਕਾਮੇ ਦੀ ਵਰਤੋਂ ਕਰਦੇ ਹਾਂ। ਹੁਣ ਦੇਖਦੇ ਹਾਂ ਦੋਸਤੋ ਕਾਮੇ ਬਾਰੇ। ਕਾਮੇ ਦੀ ਕਿੱਥੇ ਕਿੱਥੇ ਵਰਤੋਂ ਕੀਤੀ ਜਾਂਦੀ ਹੈ, ਕਿਸ ਕਿਸ ਤਰੀਕੇ ਨਾਲ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਇੱਥੇ ਸਾਡਾ ਉਦਾਹਰਣ ਹੈ ਦੋਸਤੋ, ਸ਼ਾਮ ਬੜਾ ਕਮੀਨਾ, ਲਾਲਚੀ, ਬੇਈਮਾਨ ਅਤੇ ਗੈਰ ਜ਼ਿੰਮੇਵਾਰ ਲੜਕਾ ਹੈ। ਅਸੀਂ ਇੱਥੇ ਕਾਮੇ ਦੀ ਵਰਤੋਂ ਕਿਸ ਜਗ੍ਹਾ ਤੇ ਕਰਾਂਗੇ? ਕਾਮੇ ਦੀ ਵਰਤੋਂ ਜਿਵੇਂ ਅਸੀਂ ਲਿਖਾਂਗੇ ਸ਼ਾਮ ਬੜਾ ਕਮੀਨਾ, ਕਮੀਨੇ ਤੋਂ ਬਾਅਦ ਫਿਰ ਲਾਲਚੀ, ਲਾਲਚੀ ਤੋਂ ਬਾਅਦ ਕਾਮੇ ਦੀ ਵਰਤੋਂ ਬੇਈਮਾਨ ਅਤੇ ਗੈਰ ਜ਼ਿੰਮੇਦਾਰ ਲੜਕਾ ਹੈ। ਤਾਂ ਅਸੀਂ ਕਮੀਨੇ ਤੇ ਲਾਲਚੀ ਤੋਂ ਬਾਅਦ ਕਾਮੇ ਦੀ ਵਰਤੋਂ ਕੀਤੀ ਹੈ ਦੋਸਤੋ। ਇਹ ਹੁੰਦਾ ਹੈ ਦੋਸਤੋ ਜਦੋਂ ਇੱਕ ਤੋਂ ਵੱਧ ਚੀਜ਼ਾਂ ਨੂੰ ਅਸੀਂ ਨਿਖੇੜਨਾ ਹੋਵੇ ਤਾਂ ਉਹਦੇ ਵਿੱਚ ਅਸੀਂ ਕਾਮੇ ਦੀ ਜਿਹੜੀ ਵਰਤੋਂ ਹੈ ਉਹ ਇਸ ਤਰੀਕੇ ਨਾਲ ਕਰਾਂਗੇ। ਜਾਂ ਫਿਰ ਅਸੀਂ ਕਈ ਵਾਰ ਸਬਜ਼ੀਆਂ ਦੇ ਨਾਮ ਜਾਂ ਕਿਸੇ ਚੀਜ਼ ਦੇ ਨਾਮ ਬੋਲਦੇ ਹਾਂ, ਜਿਵੇਂ ਆਲੂ, ਪਿਆਜ਼, ਗੋਭੀ, ਮਟਰ ਤੇ ਪਾਲਕ ਲੈ ਕੇ ਆਓ, ਤਾਂ ਅਸੀਂ ਆਲੂ ਤੋਂ ਬਾਅਦ, ਪਿਆਜ਼ ਤੋਂ ਬਾਅਦ, ਫਿਰ ਗੋਭੀ ਤੋਂ ਬਾਅਦ ਕਾਮੇ ਦੀ ਵਰਤੋਂ ਕਰਾਂਗੇ। ਯਾਨੀ ਕਿ ਅਸੀਂ ਇੱਕ ਤੋਂ ਵੱਧ ਚੀਜ਼ਾਂ ਨੂੰ ਜਦੋਂ ਨਿਖੇੜਨਾ ਹੋਵੇ, ਅੱਡੋ ਅੱਡ ਕਰਨਾ ਹੋਵੇ, ਉਹਨਾਂ ਨੂੰ ਅਲੱਗ ਅਲੱਗ ਕਰਨਾ ਹੋਵੇ ਤਾਂ ਅਸੀਂ ਕਾਮੇ ਦੀ ਵਰਤੋਂ ਉਸ ਜਗ੍ਹਾ ਤੇ ਕਰਾਂਗੇ। ਜਾਂ ਫਿਰ ਕਮੀਨਾ, ਲਾਲਚੀ, ਬੇਈਮਾਨ ਇਸ ਤਰੀਕੇ ਦੇ ਸ਼ਬਦ ਆ ਗਏ, ਜਾਂ ਠੱਗ, ਚੋਰ, ਬਦਮਾਸ਼ ਅਤੇ ਸਮਗਲਰ ਆ ਗਏ। ਤਾਂ ਇਸ ਤਰੀਕੇ ਦੇ ਜਿਹੜੇ ਸ਼ਬਦ ਹੋਣਗੇ ਇੱਕ ਹੀ ਟਾਈਪ ਦੇ, ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਜੇ ਅੱਡੋ ਅੱਡ ਕਰਨਾ ਹੈ ਤਾਂ ਫਿਰ ਅਸੀਂ ਅਲੱਗ ਅਲੱਗ ਨਿਖੇੜਨ ਦੇ ਲਈ ਕਾਮੇ ਦੀ ਵਰਤੋਂ ਕਰਦੇ ਹਾਂ। ਨੈਕਸਟ ਹੈ ਰਾਮ ਉੱਠਿਆ, ਇਸ਼ਨਾਨ ਕੀਤਾ, ਕੱਪੜੇ ਬਦਲੇ ਅਤੇ ਸਕੂਲ ਚਲਾ ਗਿਆ। ਉੱਠਿਆ ਤੋਂ ਬਾਅਦ ਅਸੀਂ ਇਸ ਜਗ੍ਹਾ ਤੇ ਕੀ ਕਾਮੇ ਦੀ ਵਰਤੋਂ ਕੀਤੀ? ਰਾਮ ਉੱਠਿਆ, ਫਿਰ ਅਸੀਂ ਇਸ਼ਨਾਨ ਕੀਤਾ ਤੋਂ ਬਾਅਦ ਕਾਮੇ ਦੀ ਵਰਤੋਂ ਕੀਤੀ, ਕੱਪੜੇ ਬਦਲੇ ਅਤੇ ਸਕੂਲ ਚਲਾ ਗਿਆ। ਇਸ ਤਰੀਕੇ ਨਾਲ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ। ਅਮਿਤ, ਰਾਮ, ਸ਼ਾਮ ਅਤੇ ਸਮੀਰ ਪਿਕਨਿਕ ਮਨਾਉਣ ਗਏ। ਤਾਂ ਅਮਿਤ ਤੋਂ ਬਾਅਦ ਅਸੀਂ ਕਾਮੇ ਦੀ ਵਰਤੋਂ ਕੀਤੀ, ਤੇ ਇਸ ਤੋਂ ਬਾਅਦ ਅਸੀਂ ਰਾਮ ਤੋਂ ਬਾਅਦ ਫਿਰ ਅਸੀਂ ਦੇਖਾਂਗੇ ਇਹਨਾਂ ਦੋਨਾਂ ਤੋਂ ਬਾਅਦ, ਅਮਿਤ ਤੋਂ ਬਾਅਦ, ਰਾਮ ਤੋਂ ਬਾਅਦ ਫਿਰ ਸ਼ਾਮ ਅਤੇ ਸਮੀਰ ਪਿਕਨਿਕ ਮਨਾਉਣ ਗਏ। ਤਾਂ ਅਮਿਤ ਤੇ ਰਾਮ ਤੋਂ ਬਾਅਦ ਅਸੀਂ ਕਾਮੇ ਦੀ ਵਰਤੋਂ ਕੀਤੀ। ਇਸ ਤਰੀਕੇ ਨਾਲ ਕਾਮੇ ਦੀ ਵਰਤੋਂ ਹੋਰ ਵੀ ਕਈ ਜਗ੍ਹਾ ਤੇ ਕੀਤੀ ਜਾਂਦੀ ਹੈ ਦੋਸਤੋ। ਜਿਵੇਂ ਸੁਰਜੀਤ ਨੇ ਕਿਹਾ, ਮੈਂ ਫਸਟ ਡਿਵੀਜ਼ਨ ਵਿੱਚ ਪਾਸ ਹੋ ਕੇ ਦਿਖਾਵਾਂਗਾ। ਤਾਂ ਜਦੋਂ ਵੀ ਅਸੀਂ ਕੋਈ ਸਾਡੇ ਇਸ ਤਰੀਕੇ ਦੇ ਵਾਕ ਹੁੰਦੇ ਨੇ, ਕੋਈ ਚੀਜ਼ ਪੁੱਠੇ ਕੰਮਾਂ ਵਿੱਚ ਲਿਖੇ ਜਾਣੇ ਵਾਲੇ ਸ਼ਬਦ ਹੁੰਦੇ ਨੇ, ਜਿਵੇਂ ਕਿ ਕੋਈ ਚੀਜ਼ ਸੰਬੋਧਨ ਕੀਤਾ ਜਾਂਦਾ, ਕੋਈ ਚੀਜ਼ ਕਹੀ ਜਾਂਦੀ ਹੈ, ਤਾਂ ਮੈਂ ਇਸ ਤਰੀਕੇ ਨਾਲ ਅਸੀਂ ਜਿਹੜੇ ਪੁੱਠੇ ਕਾਮਿਆਂ ਵਾਲੇ ਸ਼ਬਦ ਹੁੰਦੇ ਨੇ ਸਾਡੇ,
ਪੁੱਠੇ ਕਾਮਿਆਂ ਵਿੱਚ ਲਿਖੇ ਜਾਣ ਵਾਲੇ ਜਿਹੜੇ ਸ਼ਬਦਾਂ ਤੋਂ ਠੀਕ ਪਹਿਲਾਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਸੁਰਜੀਤ ਨੇ ਕਿਹਾ ਮੈਂ ਫਸਟ ਡਿਵੀਜ਼ਨ ਵਿੱਚ ਪਾਸ ਹੋ ਕੇ ਦਿਖਾਵਾਂਗਾ, ਤਾਂ ਮੈਂ ਫਸਟ ਡਿਵੀਜ਼ਨ ਵਿੱਚ ਪਾਸ ਹੋ ਕੇ ਦਿਖਾਵਾਂਗਾ, ਇਹ ਜਿਹੜਾ ਸਾਡਾ ਵਾਕ ਹੈ ਇਸ ਤੋਂ ਠੀਕ ਪਹਿਲਾਂ ਸੁਰਜੀਤ ਨੇ ਕਿਹਾ, ਇਸ ਤੋਂ ਬਾਅਦ ਅਸੀਂ ਕਾਮੇ ਦੀ ਵਰਤੋਂ ਕਰਦੇ ਹਾਂ। ਯਾਨੀ ਕਿ ਜਿਹੜੇ ਸਾਡੇ ਪੁੱਠੇ ਕਾਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਠੀਕ ਪਹਿਲਾਂ ਇਸ ਕਾਮੇ ਨਿਸ਼ਾਨ ਦੀ ਵਰਤੋਂ ਕੀਤੀ ਜਾਂਦੀ ਹੈ। ਕਾਮੇ ਚਿੰਨ੍ਹ ਨੂੰ ਵਰਤਿਆ ਜਾਂਦਾ ਜਦੋਂ ਅਸੀਂ ਇਸ ਤਰੀਕੇ ਦਾ ਕੋਈ ਵੀ ਵਾਕ ਦੇਖਦੇ ਹਾਂ। ਨੈਕਸਟ ਹੈ ਜੇ ਕਿਰਨ ਮਿਹਨਤ ਕਰਦੀ ਤਾਂ ਪਾਸ ਹੋ ਜਾਂਦੀ। ਇਸ ਤਰੀਕੇ ਦੇ ਜਿੰਨੇ ਵੀ ਸਾਡੇ ਵਾਕ ਹੋਣਗੇ, ਜੇ ਮਿਹਨਤ ਕਰਦੀ ਤਾਂ ਪਾਸ ਹੋ ਜਾਂਦੀ, ਤਾਂ ਫਿਰ ਇਸ ਤੋਂ ਬਾਅਦ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਮਿਹਨਤ ਕਰਦੀ ਇਸ ਤੋਂ ਬਾਅਦ ਕਾਮਾ, ਫਿਰ ਤਾਂ ਪਾਸ ਹੋ ਜਾਂਦੀ। ਤਾਂ ਜਿਵੇਂ ਵੀ ਇਸ ਤਰੀਕੇ ਦੇ ਸਾਡੇ ਸ਼ਬਦ ਹੋਣਗੇ, ਸਾਡੇ ਜਿਹੜੇ ਵਾਕ ਹੋਣਗੇ, ਉਹਨਾਂ ਵਿੱਚ ਕਾਮੇ ਦੀ ਵਰਤੋਂ ਕੀਤੀ ਜਾਏਗੀ। ਇਸ ਤੋਂ ਬਾਅਦ ਅਸੀਂ ਨੈਕਸਟ ਦੇਖਦੇ ਹਾਂ। ਨੈਕਸਟ ਹੈ ਸਾਡੇ ਕੋਲੇ ਬਿੰਦੀ ਕਾਮਾ ਜਾਂ ਅਰਧ ਵਿਸ਼ਰਾਮ। ਤਾਂ ਦੋਸਤੋ ਜਿਹੜਾ ਬਿੰਦੀ ਕਾਮਾ ਹੁੰਦਾ ਤੇ ਅਰਧ ਵਿਸ਼ਰਾਮ ਹੁੰਦਾ, ਇਸ ਨੂੰ ਬਿੰਦੀ ਵਾਲਾ ਕਾਮਾ ਵੀ ਕਹਿ ਦਿੰਦੇ ਹੈ ਤੇ ਅਰਧ ਵਿਸ਼ਰਾਮ ਵੀ ਕਹਿ ਦਿੰਦੇ ਨੇ। ਦੋਨੋਂ ਇਹ ਸੇਮ ਹੀ ਨਾਮ ਨੇ, ਯਾਨੀ ਕਿ ਬਿੰਦੀ ਵਾਲਾ ਕਾਮਾ ਵੀ ਕਹਿ ਦਿੰਦੇ ਨੇ ਜਾਂ ਫਿਰ ਇਸ ਨੂੰ ਅਰਧ ਵਿਸ਼ਰਾਮ ਵੀ ਕਿਹਾ ਜਾਂਦਾ ਹੈ। ਇਸ ਦਾ ਜਿਹੜਾ ਸਾਈਨ ਹੁੰਦਾ ਹੈ ਉਹ ਇੱਕ ਬਿੰਦੀ ਲੱਗਦੀ ਹੈ, ਉਹਦੇ ਨੀਚੇ ਦੀ ਤਰਫ ਇੱਕ ਕਾਮਾ ਲੱਗਦਾ ਹੈ, ਇਸ ਲਈ ਇਹਨੂੰ ਕਿਹਾ ਜਾਂਦਾ ਹੈ ਬਿੰਦੀ ਵਾਲਾ ਕਾਮਾ ਜਾਂ ਇਸ ਨੂੰ ਅਰਧ ਵਿਸ਼ਰਾਮ ਬੋਲਿਆ ਜਾਂਦਾ ਹੈ। ਸਭ ਤੋਂ ਪਹਿਲਾਂ ਇਸ ਦੀ ਪਰਿਭਾਸ਼ਾ ਦੇਖਦੇ ਹਾਂ ਦੋਸਤੋ। ਇਸ ਦੀ ਜਿਹੜੀ ਵਰਤੋਂ ਹੁੰਦੀ ਹੈ ਉਹ ਜ਼ਿਆਦਾ ਨਹੀਂ ਹੁੰਦੀ, ਯਾਨੀ ਕਿ ਇਹ ਬਹੁਤ ਘੱਟ ਹੀ ਯੂਜ ਹੁੰਦਾ ਹੈ। ਆਮ ਹਾਲਾਤਾਂ ਵਿੱਚ ਇੱਕੋ ਵਾਕ ਵਿੱਚ ਜਦੋਂ ਕਾਮਾ ਨਾਲੋਂ ਵੱਧ ਅਤੇ ਡੰਡੀ ਨਾਲੋਂ ਘੱਟ ਵਿਸ਼ਰਾਮ ਦੇਣਾ ਹੋਵੇ ਤਾਂ ਬਿੰਦੀ ਕਾਮੇ ਦੀ ਵਰਤੋਂ ਹੁੰਦੀ ਹੈ। ਦੋਸਤੋ ਇਸ ਦੀ ਪਰਿਭਾਸ਼ਾ ਦਾ ਮਤਲਬ ਹੈ ਜਦੋਂ ਅਸੀਂ ਕਾਮੇ ਨਾਲੋਂ ਵੱਧ ਤੇ ਡੰਡੀ ਨਾਲੋਂ ਘੱਟ ਵਿਸ਼ਰਾਮ ਦੇਣਾ ਹੋਵੇ ਕਿਸੇ ਵੀ ਵਾਕ ਦੇ ਵਿੱਚ, ਤਾਂ ਅਸੀਂ ਬਿੰਦੀ ਕਾਮੇ ਦੀ ਵਰਤੋਂ ਕਰਦੇ ਹਾਂ। ਯਾਨੀ ਕਿ ਜਦੋਂ ਅਸੀਂ ਡੰਡੀ ਦੀ ਵਰਤੋਂ ਕਰਦੇ ਹਾਂ ਪੂਰਨ ਵਿਸ਼ਰਾਮ ਦੀ, ਉਦੋਂ ਤਾਂ ਸਭ ਤੋਂ ਜ਼ਿਆਦਾ ਪੂਰਨ ਰੂਪ ਨਾਲ ਇੱਕ ਪੂਰੇ ਤਰੀਕੇ ਨਾਲ ਅਸੀਂ ਠਹਿਰਾਵ ਪਾਉਂਦੇ ਹਾਂ। ਜਦੋਂ ਅਸੀਂ ਕਾਮੇ ਨੂੰ ਵਰਤਦੇ ਹਾਂ ਤਾਂ ਬਹੁਤ ਹੀ ਥੋੜ੍ਹਾ ਠਹਿਰਾਵ ਹੁੰਦਾ ਹੈ, ਪਰ ਜਦੋਂ ਅਸੀਂ ਬਿੰਦੀ ਕਾਮੇ ਦੀ ਵਰਤੋਂ ਕਰਦੇ ਹਾਂ ਦੋਸਤੋ, ਤਾਂ ਇਹਦਾ ਮਤਲਬ ਹੁੰਦਾ ਹੈ ਜਿਹੜਾ ਸਾਡਾ ਕਾਮਾ ਹੁੰਦਾ ਉਸ ਨਾਲੋਂ ਤਾਂ ਵੱਧ ਵਿਸ਼ਰਾਮ ਦਿੱਤਾ ਜਾਏਗਾ ਸੈਂਟੈਂਸ ਵਿੱਚ, ਤੇ ਜਿਹੜਾ ਪੂਰਨ ਵਿਸ਼ਰਾਮ ਹੁੰਦਾ ਹੈ, ਡੰਡੀ ਜਿਸ ਨੂੰ ਬੋਲਦੇ ਹਾਂ, ਉਸ ਤੋਂ ਘੱਟ ਵਿਸ਼ਰਾਮ ਦਿੱਤਾ ਜਾਂਦਾ ਹੈ। ਇਹਦਾ ਮਤਲਬ ਇਹ ਹੋਏਗਾ ਕਿ ਇਸ ਦਾ ਬਿੰਦੀ ਕਾਮਾ ਜਾਂ ਇਸ ਨੂੰ ਬੋਲਾਂਗੇ ਅਰਧ ਵਿਸ਼ਰਾਮ। ਅਸੀਂ ਦੇਖਦੇ ਹਾਂ ਇਸ ਦੇ ਵਿੱਚ ਉਦਾਹਰਣ। ਤਾਂ ਖਾਣਾ ਤਿਆਰ ਹੈ, ਮੇਜ਼ ਤੇ ਲੱਗ ਚੁੱਕਾ ਹੈ, ਬਸ ਤੁਹਾਡੀ ਹੀ ਉਡੀਕ ਹੈ। ਤਾਂ ਅਸੀਂ ਇੱਥੇ ਬਿੰਦੀ ਕਾਮਿਆਂ ਦੀ ਵਰਤੋਂ ਤੁਸੀਂ ਦੇਖੀ ਹੋਏਗੀ, ਇਸ ਤਰੀਕੇ ਨਾਲ ਕੀਤੀ ਹੈ। ਇੱਕ ਬਿੰਦੀ, ਫਿਰ ਬਿੰਦੀ ਲੱਗ ਕੇ ਨੀਚੇ ਕਾਮੇ ਦੀ ਵਰਤੋਂ ਕੀਤੀ ਹੈ। ਇਹ ਦੋਸਤੋ ਜਦ ਕਿਸੇ ਵੱਡੇ ਵਾਕ ਵਿੱਚ ਅਜਿਹੇ ਉਪਵਾਕ ਹੋਣ ਜਿਹੜੇ ਹੋਣ ਵੀ ਪੂਰੇ ਪਰ ਇੱਕ ਦੂਜੇ ਨਾਲ ਸੰਬੰਧ ਰੱਖਣ, ਤਾਂ ਉਹਨਾਂ ਨੂੰ ਨਿਖੇੜਨ ਦੇ ਲਈ ਇਹ ਵਾਲਾ ਚਿੰਨ੍ਹ ਸਾਡਾ ਵਰਤਿਆ ਜਾਂਦਾ ਹੈ। ਯਾਨੀ ਕਿ ਇਹ ਆਪਣੇ ਆਪ ਦੇ ਵਿੱਚ ਤੁਸੀਂ ਵਾਕ ਦੇਖੋਗੇ, ਇਹ ਕੰਪਲੀਟ ਇੱਕ ਤਰੀਕੇ ਨਾਲ ਵਾਕ ਹੈ, ਪਰ ਫਿਰ ਵੀ ਇਹ ਜਿਵੇਂ ਖਾਣਾ ਤਿਆਰ ਹੈ ਇੱਕ ਪੂਰਾ ਵਾਕ ਹੈ, ਪੂਰਨ ਵਾਕ ਹੋ ਜਾਏਗਾ। ਪਰ ਇਸ ਤੋਂ ਬਾਅਦ ਅਸੀਂ ਇਸ ਬਿੰਦੀ ਕਾਮੇ ਦੀ ਵਰਤੋਂ ਕੀਤੀ, ਫਿਰ ਮੇਜ਼ ਤੇ ਲੱਗ ਚੁੱਕਾ ਹੈ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਵਾਕ ਹੋ ਜਾਏਗਾ, ਪੂਰਾ ਵਾਕ ਹੋ ਜਾਏਗਾ। ਬਸ ਤੁਹਾਡੀ ਉਡੀਕ ਹੈ, ਇਹ ਵੀ ਕੰਪਲੀਟ ਵਾਕ ਹੋ ਜਾਏਗਾ। ਪਰ ਇਹਨਾਂ ਵਿੱਚ ਅਸੀਂ ਇਸ ਚੀਜ਼ ਦੀ ਇੱਕੇ ਹੀ ਸੰਬੰਧ ਰੱਖਦੇ ਹੋਣ, ਯਾਨੀ ਕਿ ਇੱਕ ਦੂਜੇ ਨਾਲ ਇਹਨਾਂ ਦਾ ਰਿਲੇਸ਼ਨ ਹੋਣਾ ਚਾਹੀਦਾ ਹੈ, ਸੰਬੰਧ ਹੋਣਾ ਚਾਹੀਦਾ ਹੈ। ਇਹ ਪੂਰੇ ਲਾਈਨ ਦਾ ਇੱਕ ਦੂਸਰੇ ਨਾਲ ਸੰਬੰਧ ਹੈ, ਪਰ ਇਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਇੱਥੇ ਬਿੰਦੀ ਕਾਮਿਆਂ ਦੀ ਵਰਤੋਂ ਕਰਦੇ ਹੋਏ ਲਿਖਾਂਗੇ, ਜਿਵੇਂ ਖਾਣਾ ਤਿਆਰ ਹੈ, ਮੇਜ਼ ਤੇ ਲੱਗ ਚੁੱਕਾ ਹੈ, ਬਸ ਤੁਹਾਡੀ ਉਡੀਕ ਹੈ। ਇਸ ਤਰੀਕੇ ਨਾਲ ਇਹ ਪੂਰਾ ਵਾਕ ਬੋਲਿਆ ਜਾਏਗਾ। ਇਹਦੇ ਵਿੱਚ ਸਾਡਾ ਜਿਹੜਾ ਕਾਮਾ ਹੁੰਦਾ ਉਸ ਤੋਂ ਵੱਧ ਠਹਿਰਾਵ ਹੁੰਦਾ ਹੈ, ਤੇ ਸਾਡਾ ਜਿਹੜਾ ਡੰਡੀ ਹੁੰਦੀ ਹੈ ਉਸ ਤੋਂ ਘੱਟ ਠਹਿਰਾਵ ਦਿੱਤਾ ਜਾਂਦਾ ਹੈ। ਨੈਕਸਟ ਜਿਹੜਾ ਉਦਾਹਰਣ ਹੈ ਉਹ ਹੈ ਦੋਸਤੋ, ਗੱਲ ਕਰਨ ਵਾਲੇ ਨੂੰ ਉੱਤਮ ਪੁਰਖ ਕਿਹਾ ਜਾਂਦਾ ਹੈ, ਜਿਵੇਂ ਮੈਂ, ਅਸੀਂ, ਮੈਨੂੰ, ਸਾਨੂੰ। ਹੁਣ ਦੋਸਤੋ ਇਹ ਸਾਡਾ ਉਦਾਹਰਣ ਹੈ, ਇਹਦੇ ਵਿੱਚ ਅਸੀਂ ਇਸ ਜਗ੍ਹਾ ਤੇ ਯੂਜ ਕੀਤਾ ਬਿੰਦੀ ਕਾਮਾ। ਤਾਂ ਇਸ ਜਿਵੇਂ ਮੈਂ, ਅਸੀਂ, ਮੈਨੂੰ, ਸਾਨੂੰ, ਜਿਵੇਂ ਕੋਈ ਉਦਾਹਰਣ ਦੇਣਾ ਹੋਵੇ, ਜਿਵੇਂ ਉਹ, ਤੁਸੀਂ, ਇਹ ਜਿਹੜੇ ਸ਼ਬਦ ਹੁੰਦੇ ਨੇ ਜਿਵੇਂ, ਜਿਹਾ ਕਿ ਆਦਿ ਤੋਂ ਪਹਿਲਾਂ ਅਸੀਂ ਇਸ ਚਿੰਨ੍ਹ ਦੀ ਵਰਤੋਂ ਕਰਦੇ ਹਾਂ। ਜਦ ਕਿਸੇ ਗੱਲ ਨੂੰ ਸਮਝਾਉਣ ਦੇ ਲਈ ਉਦਾਹਰਣ ਦੇਣੇ ਹੋਣ, ਤਾਂ ਉਦਾਹਰਣ ਦੇਣ ਲਈ ਅਸੀਂ ਜਿਹੜੇ ਸ਼ਬਦਾਂ ਨੂੰ ਵਰਤੋਂ ਕਰਦੇ ਹਾਂ, ਹੁਣ ਜਿਵੇਂ ਮੰਨ ਲਓ ਇਸ ਗੱਲ ਨੂੰ ਅਸੀਂ ਸਮਝਾਉਣਾ ਹੈ ਕਿ ਗੱਲ ਕਰਨ ਵਾਲੇ ਨੂੰ ਉੱਤਮ ਪੁਰਖ ਕਿਹਾ ਜਾਂਦਾ ਹੈ, ਜਿਵੇਂ ਮੈਂ, ਅਸੀਂ, ਮੈਨੂੰ ਤੇ ਸਾਨੂੰ। ਤਾਂ ਅਸੀਂ ਜਿਹੜਾ ਇਹ ਜਿਵੇਂ ਸ਼ਬਦ ਹੈ, ਇਹ ਜਿਵੇਂ ਵਾਲਾ ਜਿਹੜਾ ਸ਼ਬਦ ਹੈ, ਇਸ ਤੋਂ ਅਸੀਂ ਠੀਕ ਪਹਿਲਾਂ ਅਸੀਂ ਕੀ ਕੀਤਾ, ਇਸ ਦੀ ਵਰਤੋਂ ਕੀਤੀ। ਤਾਂ ਇਹ ਜਿਹੜੀ ਵਰਤੋਂ ਕੀਤੀ ਹੈ ਬਿੰਦੀ ਵਾਲੇ ਕਾਮੇ ਦੀ ਜਿਵੇਂ ਤੋਂ ਪਹਿਲਾਂ ਕੀਤੀ ਹੈ। ਤਾਂ ਜਦੋਂ ਅਸੀਂ ਕਿਸੇ ਚੀਜ਼ ਨੂੰ ਸਮਝਾਉਣਾ ਹੋਵੇ, ਜਿਵੇਂ ਸ਼ਬਦ ਆਵੇ ਸਾਡੇ, ਜਾਂ ਫਿਰ ਇਸ ਜਗ੍ਹਾ ਤੇ ਸ਼ਬਦ ਆ ਜੇ ਜਿਹਾ ਕਿ,
ਜਿਵੇਂ ਜਿਹਾ ਕਿ ਇਸ ਤਰੀਕੇ ਦੇ ਸ਼ਬਦ ਵਰਤੇ ਜਾਣ ਤਾਂ ਉਹਨਾਂ ਤੋਂ ਠੀਕ ਜਿਹੜੇ ਪਹਿਲਾਂ ਇਹ ਵਾਲਾ ਜਿਹੜਾ ਸਾਈਨ ਹੈ ਬਿੰਦੀ ਘਾਮੇ ਵਾਲਾ ਇਹ ਵਰਤਿਆ ਜਾਵੇਗਾ। ਇਸ ਤੋਂ ਬਾਅਦ ਅਸੀਂ ਨੈਕਸਟ ਦੇਖਦੇ ਹਾਂ ਦੋਸਤੋ ਦੋ ਬਿੰਦੀ ਬਾਰੇ। ਤਾਂ ਜਿਹੜੀ ਸਾਡੀ ਦੋ ਬਿੰਦੀ ਹੁੰਦੀ ਹੈ ਇਸ ਨੂੰ ਕਿਸ ਤਰੀਕੇ ਨਾਲ ਲਿਖਿਆ ਜਾਂਦਾ, ਇਹ ਸਿਰਫ ਦੋ ਬਿੰਦੀਆਂ ਲੱਗਦੀਆਂ ਨੇ, ਇੱਕ ਉੱਪਰ ਵਾਲੀ ਇੱਕ ਨੀਚੇ। ਇਸ ਨੂੰ ਬੋਲਦੇ ਦੋ ਬਿੰਦੀਆਂ ਕਿਉਂਕਿ ਇਹਦੇ ਵਿੱਚ ਜਿਹੜਾ ਸਾਈਨ ਹੁੰਦਾ ਹੈ ਇਸ ਦੇ ਵਿੱਚ ਦੋ ਬਿੰਦੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਵਾਕ ਦੇ ਦੋ ਹਿੱਸੇ ਹੋਣ ਪਹਿਲਾਂ ਆਪਣੇ ਆਪ ਵਿੱਚ ਪੂਰਾ ਹੋਵੇ ਅਤੇ ਦੂਸਰਾ ਉਸਦੀ ਪ੍ਰੇੜਤਾ ਕਰੇ, ਜਾਂ ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖਣੇ ਹੋਣ ਤਾਂ ਦੋ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਇਸ ਦੀ ਦੋ ਬਿੰਦੀ ਦੀ ਵਰਤੋਂ ਦੋ ਤਰੀਕਿਆਂ ਨਾਲ ਅੱਡੋ ਅੱਡ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਦੋਸਤੋ। ਜਦੋਂ ਪਹਿਲਾ ਵਾਕ ਆਪਣੇ ਆਪ ਵਿੱਚ ਪੂਰਾ ਹੋਵੇ ਤੇ ਦੂਸਰਾ ਉਸਦੀ ਪ੍ਰੇੜਤਾ ਕਰੇ। ਹੁਣ ਅਸੀਂ ਉਦਾਹਰਣ ਨਾਲ ਵੇਖਾਂਗੇ ਤੇ ਜਾਂ ਫਿਰ ਇਸ ਦੀ ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖਣੇ ਹੋਣ ਤਾਂ ਵੀ ਅਸੀਂ ਦੋ ਬਿੰਦੀ ਦੀ ਵਰਤੋਂ ਕਰਦੇ ਹਾਂ। ਹੁਣ ਉਦਾਹਰਣ ਨਾਲ ਸਮਝਦੇ ਹਾਂ ਕਿ ਦੋ ਬਿੰਦੀ ਦੀ ਵਰਤੋਂ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ। ਜਿਵੇਂ ਸਾਡੇ ਕੋਲੇ ਪਹਿਲਾ ਉਦਾਹਰਣ ਹੈ, ਰਣਜੀਤ ਸਿੰਘ ਇੱਕ ਮਹਾਨ ਯੋਧਾ ਸੀ, ਵੱਡੇ ਵੱਡੇ ਰਾਜੇ ਉਸਦੀ ਕਦਰ ਕਰਦੇ ਸਨ। ਅਸੀਂ ਦੋ ਬਿੰਦੀ ਦੀ ਵਰਤੋਂ ਇਸ ਜਗ੍ਹਾ ਤੇ ਕੀਤੀ। ਰਣਜੀਤ ਸਿੰਘ ਇੱਕ ਮਹਾਨ ਯੋਧਾ ਸੀ, ਵੱਡੇ ਵੱਡੇ ਰਾਜੇ ਉਸਦੀ ਕਦਰ ਕਰਦੇ ਸਨ। ਜਦੋਂ ਪਹਿਲਾ ਜਿਹੜਾ ਸਾਡਾ ਵਾਕ ਹੁੰਦਾ ਹੈ, ਦੋ ਹਿੱਸੇ ਹੁੰਦੇ ਹੈ ਵਾਕ ਦੇ, ਪਹਿਲਾ ਆਪਣੇ ਆਪ ਵਿੱਚ ਪੂਰਾ ਹੋਵੇ ਤੇ ਦੂਸਰਾ ਉਸਦੀ ਪ੍ਰੇੜਤਾ ਕਰੇ, ਉਦੋਂ ਅਸੀਂ ਦੋ ਬਿੰਦੀ ਦੀ ਵਰਤੋਂ ਕਰਦੇ ਹਾਂ ਦੋਸਤੋ। ਜਾਂ ਫਿਰ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਵੀ ਸਮਝ ਸਕਦੇ ਹੋ ਕਿ ਪਹਿਲਾ ਜਿਹੜਾ ਸਾਡਾ ਵਾਕ ਹੈ ਉਹ ਤਾਂ ਆਪਣੇ ਆਪ ਦੇ ਵਿੱਚ ਕੰਪਲੀਟ ਹੋਵੇ ਤੇ ਦੂਸਰਾ ਉਸਦੀ ਵਿਆਖਿਆ ਕਰੇ, ਦੂਸਰਾ ਉਸਦੀ ਪ੍ਰੇੜਤਾ ਕਰੇ ਜਾਂ ਦੂਸਰਾ ਉਸ ਦੀ ਵਿਆਖਿਆ ਕਰੇ। ਤਾਂ ਉਹਨਾਂ ਦੋਨਾਂ ਨੂੰ ਪਹਿਲੇ ਹਿੱਸੇ ਦੇ ਵਾਕ ਦੇ ਅੰਤ ਵਿੱਚ ਦੋ ਬਿੰਦੀ ਲਾਈ ਜਾਂਦੀ ਹੈ ਉਹਨਾਂ ਦੋਨਾਂ ਵਾਕਾਂ ਨੂੰ ਨਿਖੇੜਨ ਦੇ ਲਈ। ਤਾਂ ਇਸ ਜਗ੍ਹਾ ਤੇ ਅਸੀਂ ਕੀ ਕਰਾਂਗੇ, ਦੋ ਬਿੰਦੀ ਦੀ ਵਰਤੋਂ ਕਰਾਂਗੇ। ਯਾਨੀ ਕਿ ਪਹਿਲੇ ਦੀ ਜਿਹੜੀ ਐਕਸਪਲੇਨੇਸ਼ਨ ਹੈ, ਪਹਿਲੇ ਦੀ ਵਿਆਖਿਆ ਕਰਦਾ ਹੈ ਦੂਜੀ ਲਾਈਨ, ਤਾਂ ਪਹਿਲੇ ਲਾਈਨ ਤੋਂ ਬਾਅਦ ਠੀਕ ਦੋ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਦੋ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਦੋਸਤੋ, ਜਿਵੇਂ ਕਿ ਹੁਣ ਅਸੀਂ ਪ੍ਰਿੰਸੀਪਲ ਲਿਖਣਾ ਹੈ ਤਾਂ ਅਸੀਂ ਜਿਹੜਾ ਪ੍ਰਿੰਸੀਪਲ ਲਿਖਾਂਗੇ ਉਸ ਤੋਂ ਠੀਕ ਪਹਿਲਾਂ ਪੱਪੇ ਦੇ ਪੈਰ ਦੇ ਵਿੱਚ ਇੱਥੇ ਰਾਰਾ ਆਏਗਾ। ਪ੍ਰਿੰਸੀਪਲ ਇਸ ਤਰੀਕੇ ਨਾਲ ਲਿਖਿਆ ਜਾਏ ਤਾਂ ਪ੍ਰਿੰਸੀਪਲ ਦਾ ਐ ਸ਼ਾਰਟ ਲਿਖਾਂਗੇ। ਇਸ ਤੋਂ ਬਾਅਦ ਅਸੀਂ ਦੋ ਬਿੰਦੀ ਦੀ ਵਰਤੋਂ ਕਰਾਂਗੇ। ਫਿਰ ਜਿਵੇਂ ਸਰਦਾਰ ਲਿਖਦੇ ਹਾਂ ਤਾਂ ਫਿਰ ਸੱਸੇ ਤੋਂ ਬਾਅਦ ਇਸ ਤਰੀਕੇ ਨਾਲ ਦੋ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਯਾਨੀ ਕਿ ਅਸੀਂ ਕੋਈ ਵੀ ਸ਼ਾਰਟ ਵਿੱਚ ਚੀਜ਼ਾਂ ਲਿਖਣੀਆਂ ਹੋਣ ਜਾਂ ਉਹਨਾਂ ਨੂੰ ਸੰਖੇਪ ਵਿੱਚ ਲਿਖਣਾ ਹੋਵੇ ਤਾਂ ਫਿਰ ਅਸੀਂ ਇਸ ਤਰੀਕੇ ਨਾਲ ਦੋ ਬਿੰਦੀ ਦੀ ਵਰਤੋਂ ਕਰਦੇ ਹਾਂ। ਨੈਕਸਟ ਹੈ ਦੋਸਤੋ ਡੈਸ਼। ਡੈਸ਼ ਦੀ ਵਰਤੋਂ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ, ਤਾਂ ਡੈਸ਼ ਇਸ ਤਰੀਕੇ ਨਾਲ, ਇਹ ਸਾਡਾ ਕੀ ਹੋ ਜਾਏਗਾ, ਇਹ ਡੈਸ਼ ਹੋ ਜਾਏਗਾ। ਇਸ ਨੂੰ ਬੋਲਾਂਗੇ ਡੈਸ਼। ਸਭ ਤੋਂ ਪਹਿਲਾਂ ਇਸ ਦੀ ਪਰਿਭਾਸ਼ਾ ਦੇਖਦੇ ਹਾਂ, ਕੀ ਪਰਿਭਾਸ਼ਾ ਹੈ, ਡੈਸ਼ ਕਿਹਨੂੰ ਕਹਿੰਦੇ ਹੈ, ਫਿਰ ਅਸੀਂ ਉਦਾਹਰਨ ਵੀ ਵੇਖਾਂਗੇ। ਤਾਂ ਡੈਸ਼ ਦੋਸਤੋ ਇਹ ਵਿਸ਼ਰਾਮ ਚਿੰਨ੍ਹ ਵੇਖਣ ਨੂੰ ਜੋੜਨੀ ਜਿਹਾ ਹੈ, ਪਰ ਇਸ ਦੀ ਲੰਬਾਈ ਜੋੜਨੀ ਨਾਲੋਂ ਕੁਝ ਵੱਧ ਹੁੰਦੀ ਹੈ। ਤਾਂ ਦੋਸਤੋ ਹੁਣ ਤੁਹਾਡਾ ਕਨਫਿਊਜ਼ਨ ਥੋੜ੍ਹਾ ਜਿਹਾ ਦੂਰ ਹੋ ਜਾਏਗਾ। ਜਦੋਂ ਅਸੀਂ ਜੋੜਨੀ ਨੂੰ ਪੜ੍ਹਦੇ ਹਾਂ ਤਾਂ ਜੋੜਨੀ ਤੋਂ ਵੱਧ ਇਸ ਦੀ ਥੋੜ੍ਹੀ ਜਿਹੀ ਕੀ ਹੁੰਦੀ ਹੈ, ਲੰਬਾਈ ਜਿਹੜੀ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ। ਡੈਸ਼ ਦੀ ਲੰਬਾਈ ਜੋੜਨੀ ਤੋਂ ਜ਼ਿਆਦਾ ਹੁੰਦੀ ਹੈ। ਜੋੜਨੀ ਤੇ ਡੈਸ਼ ਆ ਦੇਖਣ ਨੂੰ ਇੱਕੋ ਜਿਹੇ ਲੱਗਦੇ ਨੇ, ਪਰ ਫਰਕ ਇਹ ਹੁੰਦਾ ਹੈ ਕਿ ਜਿਹੜੇ ਜੋੜਨੀ ਹੁੰਦੀ ਹੈ ਉਸ ਦੀ ਲੰਬਾਈ ਡੈਸ਼ ਤੋਂ ਘੱਟ ਹੁੰਦੀ ਹੈ। ਯਾਨੀ ਕਿ ਡੈਸ਼ ਦੀ ਲੰਬਾਈ ਜੋੜਨੀ ਨਾਲੋਂ ਕੁਝ ਵੱਧ ਹੁੰਦੀ ਹੈ। ਹੁਣ ਦੇਖਦੇ ਹਾਂ ਇਸ ਦੇ ਉਦਾਹਰਨ ਦੋਸਤੋ। ਜਿਹੜੀ ਸਾਡੀ ਡੈਸ਼ ਹੈ ਉਹ ਕਿਸ ਕਿਸ ਜਗ੍ਹਾ ਤੇ ਵਰਤੀ ਜਾਂਦੀ ਹੈ, ਜਿਵੇਂ ਕਿ ਅਸੀਂ ਨਾਟਕੀ ਵਾਰਤਾਲਾਪ ਸਮੇਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਨਾਟਕੀ ਵਾਰਤਾਲਾਪ ਲਿਖਣਾ ਹੁੰਦਾ ਹੈ ਉਦੋਂ ਅਸੀਂ ਡੈਸ਼ ਦੀ ਵਰਤੋਂ ਕਰਦੇ ਹਾਂ ਦੋਸਤੋ। ਜਿਵੇਂ ਹੁਣ ਇੱਥੇ ਲਿਖਿਆ ਗਿਆ ਹੈ ਪਰਮਿੰਦਰ, ਪਰਮਿੰਦਰ ਤੋਂ ਬਾਅਦ ਅਸੀਂ ਇੱਕ ਛੋਟਾ ਜਿਹਾ ਇੱਥੇ ਡੈਸ਼ ਦੀ ਵਰਤੋਂ ਕਰਦੇ ਹਾਂ ਇਸ ਤਰੀਕੇ ਨਾਲ। ਫਿਰ ਨੀ ਤੂੰ ਬਹੁਤ ਮਜ਼ਾਕ ਕਰਨ ਲੱਗ ਪਈ ਹੈ। ਫਿਰ ਕਿਰਨ ਕਹਿੰਦੀ ਹੈ ਆਹੋ ਤੂੰ ਕਿਹੜੀ ਘੱਟ ਹੈ। ਤਾਂ ਫਿਰ ਇੱਥੇ ਕਿਰਨ ਤੋਂ ਬਾਅਦ ਵੀ ਅਸੀਂ ਇੱਥੇ ਡੈਸ਼ ਦੀ ਵਰਤੋਂ ਕੀਤੀ ਹੈ। ਤਾਂ ਇਸ ਤਰੀਕੇ ਨਾਲ ਜਦੋਂ ਕੋਈ ਨਾਟਕੀ ਵਾਰਤਾਲਾਪ ਦੱਸਣਾ ਹੁੰਦਾ ਹੈ ਤਾਂ ਉਹਦੇ ਬਾਅਦ ਜਿੰਨੇ ਵੀ ਸਾਡੇ ਉਸਦੇ ਪਾਤਰ ਹੁੰਦੇ ਨੇ ਉਹਨਾਂ ਸਾਰੇ ਪਾਤਰਾਂ ਤੋਂ ਬਾਅਦ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਕੋਈ ਨਾਟਕ ਹੋ ਗਿਆ ਤਾਂ ਉਹਦੇ ਵਿੱਚ ਪਾਤਰ ਦੱਸਣੇ ਹੈ ਅਸੀਂ ਨਾਟਕੀ ਵਾਰਤਾਲਾਪ ਸਮੇਂ, ਤੇ ਫਿਰ ਜਿੰਨੇ ਵੀ ਸਾਡੇ ਪਾਤਰ ਹੋਣਗੇ ਤਾਂ ਉਹਦੇ ਵਿੱਚ ਉਹਨਾਂ ਸਾਰੇ ਜਿਹੜੇ ਪਾਤਰਾਂ ਹੁੰਦੇ ਨਾਂ ਹੋਣਗੇ ਉਹਨਾਂ ਤੋਂ ਬਾਅਦ ਅਸੀਂ ਡੈਸ਼ ਦੀ ਵਰਤੋਂ ਕਰਾਂਗੇ। ਸੈਕਿੰਡ ਹੈ ਦੋਸਤੋ ਥਥਲਾਉਣ ਜਾਂ ਅਧੂਰੀ ਗੱਲ ਪ੍ਰਗਟ ਕਰਨ ਸਮੇਂ ਵੀ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਹੁਣ ਇੱਥੇ ਸ਼ਬਦ ਲਿਖਿਆ ਕੋਈ ਥਥਲਾਉਣ ਲੱਗ ਗਿਆ, ਮੈਂ ਫਿਰ ਅੱਜ ਸਕੂਲ ਨਹੀਂ ਗਿਆ, ਤਾਂ ਮੈਂ ਅੱਜ ਸਕੂਲ ਨਹੀਂ ਗਿਆ। ਇਸ ਤਰੀਕੇ ਦਾ ਸੈਂਟੈਂਸ ਹੈ, ਇਸ ਤਰੀਕੇ ਦਾ ਵਾਕ ਹੈ। ਤਾਂ ਇਹਨਾਂ ਸਾਰੇ ਨੂੰ ਜਦੋਂ ਥਥਲਾਉਣ ਲੱਗਦਾ ਹੈ
ਕੋਈ ਵੀ ਸੈਂਟੈਂਸ ਜਦੋਂ ਥਥਲਾ ਕੇ ਬੋਲਿਆ ਜਾਂਦਾ ਹੈ ਤਾਂ ਫਿਰ ਉਹ ਜਿਹੜਾ ਕੰਪਲੀਟ ਨਹੀਂ ਬੋਲਿਆ ਜਾਂਦਾ ਤਾਂ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਦੋਸਤੋ ਹੈ ਸਾਡਾ ਦੋ ਬਿੰਦੀ ਡੈਸ਼, ਯਾਨੀ ਕਿ ਜਿਹੜਾ ਦੋ ਬਿੰਦੀ ਡੈਸ਼ ਹੈ ਉਹ ਕਿਸ ਤਰੀਕੇ ਨਾਲ, ਪਹਿਲਾਂ ਤਾਂ ਇਸ ਦਾ ਸਾਈਨ ਦੇਖਦੇ ਹਾਂ। ਯਾਨੀ ਕਿ ਦੋ ਬਿੰਦੀ ਦਾ ਮਤਲਬ ਦੋ ਬਿੰਦੀਆਂ ਹੋਣਗੀਆਂ ਤੇ ਉਸ ਤੋਂ ਬਾਅਦ ਇੱਕ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਾਲਾ ਸਾਈਨ, ਇਸ ਸਾਈਨ ਨੂੰ ਕੀ ਕਹਾਂਗੇ ਅਸੀਂ? ਇਸ ਸਾਈਨ ਨੂੰ ਬੋਲਾਂਗੇ ਦੋ ਬਿੰਦੀ ਡੈਸ਼। ਇਹ ਕੋਈ ਉਦਾਹਰਣ ਦੇਣ ਸਮੇਂ ਜਾਂ ਕਿਸੇ ਚੀਜ਼ ਦਾ ਵਿਰਵਾ ਦੇਣ ਸਮੇਂ ਲੱਗਦੇ ਹਨ। ਯਾਨੀ ਕਿ ਜਿਹੜਾ ਦੋ ਬਿੰਦੀ ਡੈਸ਼ ਹੈ ਇਸ ਦੀ ਵਰਤੋਂ ਉਦਾਹਰਣ ਦੇਣ ਸਮੇਂ ਜਾਂ ਫਿਰ ਕਿਸੇ ਚੀਜ਼ ਦਾ ਵਿਰਵਾ ਦੇਣ ਸਮੇਂ ਲੱਗਦੀ ਹੈ। ਹੁਣ ਦੇਖਦੇ ਹਾਂ ਦੋ ਬਿੰਦੀ ਡੈਸ਼ ਦੇ ਕੁਝ ਉਦਾਹਰਣ, ਕਿਸ ਤਰੀਕੇ ਨਾਲ ਦੋ ਬਿੰਦੀ ਡੈਸ਼ ਵਰਤਿਆ ਜਾਂਦਾ ਹੈ। ਖਾਸ ਨਾਮ ਉਸ ਨੂੰ ਕਹਿੰਦੇ ਹਨ ਜਿਹੜੇ ਕਿਸੇ ਖਾਸ ਥਾਂ, ਮਨੁੱਖ ਜਾਂ ਵਸਤੂ ਲਈ ਵਰਤਿਆ ਜਾਵੇ, ਜਿਵੇਂ ਜਲੰਧਰ, ਗੰਗਾ ਸ਼ਾਮ ਸਿੰਘ ਆਦਿ। ਇਹ ਅਸੀਂ ਹੁਣ ਪੂਰਾ ਸੈਂਟੈਂਸ ਦੇਖਿਆ, ਇਹ ਐਗਜ਼ਾਮਪਲ ਹੈ, ਉਦਾਹਰਣ ਹੈ। ਅਸੀਂ ਦੋ ਬਿੰਦੀ ਦੀ ਜਿਹੜੀ ਵਰਤੋਂ ਕੀਤੀ ਹੈ ਉਹ ਕੀਤੀ ਹੈ ਜਿਵੇਂ ਤੋਂ ਠੀਕ ਬਾਅਦ। ਤੇ ਜਿਵੇਂ ਤੋਂ ਬਾਅਦ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਇਸ ਤਰੀਕੇ ਨਾਲ, ਅਸੀਂ ਜਦੋਂ ਕੋਈ ਉਦਾਹਰਣ ਦੱਸਣਾ ਹੋਵੇ, ਜਿਵੇਂ ਅਸੀਂ ਇਹਦੀ ਪਰਿਭਾਸ਼ਾ ਵਿੱਚ ਪੜ੍ਹਿਆ ਸੀ ਕਿ ਇਹ ਕੋਈ ਉਦਾਹਰਣ ਦੇਣ ਸਮੇਂ ਜਾਂ ਕਿਸੇ ਚੀਜ਼ ਦਾ ਵਿਰਵਾ ਦੇਣ ਸਮੇਂ ਲੱਗਦੇ ਹਨ। ਯਾਨੀ ਕਿ ਅਸੀਂ ਜਦੋਂ ਕੋਈ ਚੀਜ਼ ਦਾ ਵਿਰਵਾ ਦੇਣਾ ਹੈ ਤਾਂ ਅਸੀਂ ਦੋ ਬਿੰਦੀ ਡੈਸ਼ ਦੀ ਵਰਤੋਂ ਕਰਾਂਗੇ, ਜਾਂ ਫਿਰ ਕਿਸੇ ਦੋ ਬਿੰਦੀ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਕੋਈ ਉਦਾਹਰਣ ਦੱਸਣਾ ਹੋਵੇ। ਅਸੀਂ ਇੱਥੇ ਉਦਾਹਰਣ ਦੇ ਦੱਸ ਰਹੇ ਹਾਂ ਤਾਂ ਫਿਰ ਅਸੀਂ ਕੀ ਕਰ ਰਹੇ ਹਾਂ? ਇਸ ਦੋ ਬਿੰਦੀ ਡੈਸ਼ ਦੀ ਵਰਤੋਂ ਕਰ ਰਹੇ ਹਾਂ। ਜਿਵੇਂ ਉਦਾਹਰਣ ਦੇ ਕੇ ਦੱਸ ਰਿਹਾ ਕਿ ਜਲੰਧਰ, ਗੰਗਾ ਸ਼ਾਮ ਸਿੰਘ ਆਦਿ। ਤਾਂ ਸੈਕੰਡ ਜਿਹੜਾ ਉਦਾਹਰਣ ਹੈ ਉਹ ਹੈ ਸਾਡਾ, ਹੇਠ ਲਿਖਿਆ ਸਮਾਨ ਭੇਜਿਆ ਜਾਵੇ। ਫਿਰ ਅਸੀਂ ਇੱਥੇ ਦੋ ਬਿੰਦੀ ਡੈਸ਼ ਦੀ ਵਰਤੋਂ ਕੀਤੀ। ਇੱਕ ਸੂਟਕੇਸ, ਦੋ ਅਲਮਾਰੀਆਂ ਅਤੇ ਬੈੱਡ। ਤਾਂ ਹੇਠ ਲਿਖਿਆ ਸਮਾਨ ਭੇਜਿਆ ਜਾਵੇ ਤਾਂ ਅਸੀਂ ਚੀਜ਼ਾਂ ਦਾ ਵਿਰਵਾ ਦੱਸ ਰਹੇ ਹਾਂ। ਤਾਂ ਜਦੋਂ ਚੀਜ਼ਾਂ ਦਾ ਵਿਰਵਾ ਦੱਸਣਾ ਹੋਵੇ ਤਾਂ ਉਦੋਂ ਭੇਜਿਆ ਜਾਵੇ ਸਮਾਨ, ਜੋ ਵੀ ਵਿਰਵਾ ਦੱਸਣਾ ਉਸ ਤੋਂ ਠੀਕ ਪਹਿਲਾਂ ਇਸ ਦੋ ਬਿੰਦੀ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਅਸੀਂ ਨੈਕਸਟ ਪੜ੍ਹਦੇ ਹਾਂ ਦੋਸਤੋ। ਨੈਕਸਟ ਹੈ ਸਾਡੇ ਕੋਲੇ ਪੁੱਠੇ ਕਾਮੇ। ਤਾਂ ਜਿਹੜਾ ਪੁੱਠੇ ਕਾਮੇ ਹੁੰਦੇ ਆ ਦੋਸਤੋ, ਇਹ ਕਿੰਨੇ ਤਰੀਕੇ ਦੇ ਹੁੰਦੇ ਨੇ? ਇਹ ਹੁੰਦੇ ਨੇ ਦੋ ਤਰੀਕੇ ਦੇ। ਕਿਹੜੇ ਕਿਹੜੇ ਦੋ ਤਰੀਕੇ ਹੁੰਦੇ ਨੇ ਪੁੱਠੇ ਕਾਮਿਆਂ ਦੇ ਵਿੱਚ? ਪੁੱਠੇ ਕਾਮਿਆਂ ਦੇ ਵਿੱਚ ਦੋਸਤੋ ਇੱਕ ਤਾਂ ਹੁੰਦੇ ਨੇ ਇਕਹਿਰੇ ਪੁੱਠੇ ਕਾਮੇ ਤੇ ਇੱਕ ਹੁੰਦੇ ਨੇ ਸਾਡੇ ਦੂਹਰੇ ਪੁੱਠੇ ਕਾਮੇ। ਇਕਹਿਰੇ ਪੁੱਠੇ ਕਾਮੇ ਹੁੰਦੇ ਹੈ ਉਸ ਦੇ ਵਿੱਚ ਤਾਂ ਇਸ ਤਰੀਕੇ ਦੇ ਕਾਮੇ ਸਿੰਗਲ ਵਰਤੇ ਜਾਂਦੇ ਨੇ। ਇਹ ਹੁੰਦੇ ਨੇ ਸਾਡੇ ਇਕਹਿਰੇ ਪੁੱਠੇ ਕਾਮੇ। ਤੇ ਇਕਹਿਰੇ ਪੁੱਠੇ ਕਾਮੇ ਜਦ ਵਾਕ ਵਿੱਚ ਕਿਸੇ ਖਾਸ ਸ਼ਬਦ ਤੇ ਧਿਆਨ ਦਿਵਾਉਣਾ ਹੋਵੇ ਜਾਂ ਕਿਸੇ ਦਾ ਨਾਮ ਜਾਂ ਉਪਨਾਮ ਲਿਖਣਾ ਹੋਵੇ ਤਾਂ ਇਕਹਿਰੇ ਪੁੱਠੇ ਕਾਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਹੋਈ ਪਰਿਭਾਸ਼ਾ ਸਾਡੀ ਇਕਹਿਰੇ ਪੁੱਠੇ ਕਾਮਿਆਂ ਦੀ। ਜਦ ਵਾਕ ਵਿੱਚ ਕਿਸੇ ਖਾਸ ਸ਼ਬਦ ਤੇ ਧਿਆਨ ਦਿਵਾਉਣਾ ਹੋਵੇ ਜਾਂ ਫਿਰ ਕਿਸੇ ਦਾ ਨਾਂ ਜਾਂ ਉਪਨਾਮ ਲਿਖਣਾ ਹੋਵੇ ਤਾਂ ਅਸੀਂ ਇਕਹਿਰੇ ਪੁੱਠੇ ਕਾਮਿਆਂ ਦੀ ਵਰਤੋਂ ਕਰਦੇ ਹਾਂ। ਜਿਵੇਂ ਸਾਡਾ ਪਹਿਲਾ ਉਦਾਹਰਣ ਹੈ ਦੋਸਤੋ, ਸਰਦਾਰ ਕਰਤਾਰ ਸਿੰਘ ਦੁੱਗਲ ਦੀ ਪਹਿਲੀ ਕਹਾਣੀ ਸਵੇਰ ਸਾਰ ਨੇ ਹੀ ਉਸਨੂੰ ਮਸ਼ਹੂਰ ਕਰ ਦਿੱਤਾ। ਤਾਂ ਉਹ ਜਿਹੜੀ ਪਹਿਲੀ ਕਹਾਣੀ ਸੀ ਉਸਨੇ ਹੀ ਮਸ਼ਹੂਰ ਕਰ ਦਿੱਤਾ। ਤਾਂ ਅਸੀਂ ਜਿਹੜੇ ਕਹਾਣੀ ਦਾ ਨਾਂ ਹੈ ਦੁੱਗਲ ਦੀ ਪਹਿਲੀ ਕਹਾਣੀ, ਤਾਂ ਅਸੀਂ ਕਿਸੇ ਚੀਜ਼ ਤੇ ਵਿਸ਼ੇਸ਼ ਧਿਆਨ ਦਿਵਾਉਣ ਲੱਗੇ ਹਾਂ ਕਿਸੇ ਚੀਜ਼ ਤੇ, ਤਾਂ ਫਿਰ ਅਸੀਂ ਇੱਥੇ ਕਾਮਿਆਂ ਦੀ ਵਰਤੋਂ ਕਰਦੇ ਹਾਂ। ਕਾਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਕਹਿਰੇ ਪੁੱਠੇ ਕਾਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਚੀਜ਼ ਤੇ ਵਿਸ਼ੇਸ਼ ਧਿਆਨ ਦਿਵਾਉਣਾ ਹੋਵੇ, ਸਪੈਸ਼ਲ ਖਾਸ ਧਿਆਨ ਦਿਵਾਉਣਾ ਹੋਵੇ, ਜਾਂ ਫਿਰ ਕਿਸੇ ਚੀਜ਼ ਦਾ ਉਪਨਾਮ ਲਿਖਣਾ ਹੋਵੇ। ਜਿਵੇਂ ਕਿ ਹੁਣ ਇੱਥੇ ਲਿਖਿਆ ਸੀ ਦੁੱਗਲ ਦੀ ਪਹਿਲੀ ਕਹਾਣੀ, ਤਾਂ ਇੱਥੇ ਕਾਮਿਆਂ ਦੀ ਵਰਤੋਂ ਕੀਤੀ ਗਈ ਹੈ। ਸੈਕੰਡ ਸਾਡਾ ਉਦਾਹਰਣ ਹੈ ਜਿਹੜਾ ਦੂਸਰਾ, ਉਹ ਹੈ ਅਜੀਤ ਇੱਕ ਚੰਗਾ ਅਖਬਾਰ ਹੈ। ਤਾਂ ਅਜੀਤ ਨੂੰ ਅਸੀਂ ਇਨਵਰਟਡ ਕੋਮਾ ਦੇ ਵਿੱਚ ਇਸ ਤਰੀਕੇ ਨਾਲ ਲਿਖਾਂਗੇ, ਯਾਨੀ ਕਿ ਇਕਹਿਰੇ ਪੁੱਠੇ ਕਾਮਿਆਂ ਦੇ ਵਿੱਚ ਇਸ ਤਰੀਕੇ ਨਾਲ ਅਜੀਤ ਲਿਖਾਂਗੇ, ਫਿਰ ਇੱਕ ਚੰਗਾ ਅਖਬਾਰ ਹੈ ਲਿਖਾਂਗੇ। ਇਸ ਤਰੀਕੇ ਨਾਲ ਅਸੀਂ ਕਾਮਿਆਂ ਦੀ ਵਰਤੋਂ ਕਰਦੇ ਹਾਂ ਜਦੋਂ ਕੋਈ ਖਾਸ ਸ਼ਬਦ ਤੇ ਧਿਆਨ ਦਿਵਾਉਣਾ ਹੋਵੇ ਜਾਂ ਫਿਰ ਅਸੀਂ ਨਾਮ ਜਾਂ ਉਪਨਾਮ ਲਿਖਣਾ ਹੋਵੇ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਦੋਸਤੋ, ਸੈਕੰਡ ਸਾਡਾ ਹੈ ਅਧੂਰੇ ਪੁੱਠੇ ਕਾਮੇ। ਤਾਂ ਦੂਹਰੇ ਪੁੱਠੇ ਕਾਮਿਆਂ ਦੇ ਵਿੱਚ ਇਹ ਚੀਜ਼ਾਂ ਡਬਲ ਇਸ ਤਰੀਕੇ ਨਾਲ ਵਰਤੀਆਂ ਜਾਂਦੀਆਂ ਨੇ। ਇਹ ਹੁੰਦੇ ਨੇ ਸਾਡੇ ਦੂਹਰੇ ਪੁੱਠੇ ਕਾਮੇ। ਇਹ ਸਾਈਨ ਥੋੜਾ ਗਲਤ ਦੇਖ ਰਹੇ ਹੋਵੋਗੇ ਤੁਸੀਂ ਇੱਥੇ, ਇਹ ਇਸ ਤਰੀਕੇ ਨਾਲ ਡਬਲ ਡੋਟ ਲੱਗਦੇ ਨੇ। ਤੇ ਜੇ ਸਿੰਗਲ ਹੁੰਦੇ ਹੈ ਤਾਂ ਉਹਦੇ ਵਿੱਚ ਇਹ ਸਿੰਗਲ ਇਕਹਿਰੇ ਵੀ ਲੱਗਦੇ ਨੇ। ਇਕਹਿਰੇ ਪੁੱਠੇ ਕਾਮੇ ਹੁੰਦੇ ਨੇ ਤੇ ਜਿੱਥੇ ਦੋਨੋਂ ਤਰਫ ਡਬਲ ਲੱਗਣਗੇ ਉਹ ਸਾਡੇ ਦੂਹਰੇ ਪੁੱਠੇ ਕਾਮੇ ਹੋ ਜਾਣਗੇ। ਤਾਂ ਦੂਹਰੇ ਪੁੱਠੇ ਕਾਮੇ ਹੁੰਦੇ ਆ ਜਦ ਕਿਸੇ ਵਾਕ ਵਿੱਚ ਕਿਸੇ ਦੀ ਕਹੀ ਗੱਲ ਨੂੰ ਹੂ ਬਹੂ ਦੱਸਿਆ ਜਾਂਦਾ ਹੈ ਤਾਂ ਦੂਹਰੇ ਪੁੱਠੇ ਕਾਮੇ ਵਰਤੇ ਜਾਂਦੇ ਹੈ।
यानी कि कोई गल कई किसी बंदे ने कही होवे ਤਾਂ ਉਸ ਦੀ ਗੱਲ ਜਮਾਂ ਸੇਮ ਟੂ ਸੇਮ ਦੱਸਣੀ ਹੋਵੇ ਅੱਗੇ, ਯਾਨੀ ਕਿ ਜਮਾਂ ਹੂਬਹੂ ਦੱਸਣੀ ਹੋਵੇ, ਤਾਂ ਫਿਰ ਅਸੀਂ ਦੂਹਰੇ ਪੁੱਠੇ ਕਾਮਿਆਂ ਦੀ ਵਰਤੋਂ ਕਰਾਂਗੇ। ਜਿਵੇਂ ਰਾਮ ਨੇ ਕਿਹਾ, ਫਿਰ ਕਾਮਾ, ਕਾਮਾ ਤੋਂ ਬਾਅਦ ਫਿਰ ਕਾਮਾ ਦਾ ਵੀ ਅਸੀਂ ਇਹ ਰੂਲ ਪੜ੍ਹਿਆ ਸੀ, ਨੇਮ ਪੜ੍ਹਿਆ ਸੀ ਕਿ ਕਾਮਾ ਦੀ ਵਰਤੋਂ ਜਦੋਂ ਅਸੀਂ ਇਨਵਰਟਡ ਕੌਮਾਂ 'ਚ ਹੁੰਦੇ ਨੇ, ਦੂਹਰੇ ਪੁੱਠੇ ਕਾਮੇ ਲੱਗਦੇ ਨੇ, ਤਾਂ ਪੁੱਠੇ ਕਾਮਿਆਂ ਤੋਂ ਠੀਕ ਪਹਿਲਾਂ ਅਸੀਂ ਕਾਮੇ ਦੀ ਵਰਤੋਂ ਵੀ ਕਰਦੇ ਹਾਂ। ਇਹ ਅਸੀਂ ਕਾਮਾ ਆਲਰੇਡੀ ਪੜ੍ਹ ਚੁੱਕੇ ਹਾਂ। ਰਾਮ ਨੇ ਕਿਹਾ, ਫਿਰ ਅਸੀਂ ਲਿਖਿਆ ਮੈਂ ਸਕੂਲ ਜ਼ਰੂਰ ਜਾਵਾਂਗਾ। ਤਾਂ ਮੈਂ ਸਕੂਲ ਜ਼ਰੂਰ ਜਾਵਾਂਗਾ, ਇਹ ਕਹੀ ਗਈ ਗੱਲ ਨੂੰ ਹੂਬਹੂ ਤਰੀਕੇ ਨਾਲ ਕਿਹਾ ਗਿਆ ਹੋਵੇ, ਤਾਂ ਫਿਰ ਇਹ ਜਿਹੜੀ ਗੱਲ ਕਹੀ ਜਾਂਦੀ ਹੈ ਇਸ ਨੂੰ ਅਸੀਂ ਇਸ ਤਰੀਕੇ ਨਾਲ ਕਾਮਿਆਂ ਦੀ ਵਰਤੋਂ ਕਰਦੇ ਹੋਏ ਜਿਹੜੇ ਦੂਹਰੇ ਪੁੱਠੇ ਕਾਮਿਆਂ ਦੀ ਵਰਤੋਂ ਹੈ ਉਹਦੇ ਵਿੱਚ ਇਸ ਲਾਈਨ ਨੂੰ ਲਿਖਿਆ ਜਾਂਦਾ ਹੈ। ਨੈਕਸਟ ਜਿਹੜਾ ਦੂਜਾ ਉਦਾਹਰਣ ਹੈ, ਉਹ ਅਧਿਆਪਕ ਨੇ ਕਿਹਾ, ਸਾਰੇ ਵਿਦਿਆਰਥੀ ਖੜੇ ਹੋ ਜਾਓ। ਤਾਂ ਸਾਰੇ ਵਿਦਿਆਰਥੀ ਖੜੇ ਹੋ ਜਾਓ, ਇਸ ਲਾਈਨ ਹੈ ਜਿਹੜੀ, ਇਹ ਵਾਕ ਹੈ, ਇਸ ਤੋਂ ਪਹਿਲਾਂ ਅਸੀਂ ਕਾਮਿਆਂ ਦੀ ਇਸ ਜਗ੍ਹਾ ਤੇ ਕੀ ਕਾਮਿਆਂ ਦੀ ਵਰਤੋਂ ਕੀਤੀ, ਦੂਹਰੇ ਪੁੱਠੇ ਕਾਮਿਆਂ ਦੀ, ਤੇ ਇਸ ਜਗ੍ਹਾ ਤੇ ਅੰਤ ਵਿੱਚ ਕੀਤੀ। ਤਾਂ ਇਹ ਪੂਰੀ ਲਾਈਨ ਨੂੰ ਇਹਨਾਂ ਕਾਮਿਆਂ ਦੇ ਵਿੱਚ ਲਿਖਿਆ ਜਾਂਦਾ ਹੈ ਇਸ ਤਰੀਕੇ ਨਾਲ। ਇੱਥੇ ਵਰਤੇ ਜਾਂਦੇ ਨੇ ਦੂਹਰੇ ਪੁੱਠੇ ਕਾਮੇ। ਨੈਕਸਟ ਪੜ੍ਹਦੇ ਹਾਂ ਦੋਸਤੋ। ਨੈਕਸਟ ਹੈ ਸਾਡੇ ਕੋਲ ਜੋੜਨੀ, ਯਾਨੀ ਕਿ ਜਿਹੜੀ ਜੋੜਨੀ ਹੁੰਦੀ ਹੈ ਉਸ ਨੂੰ ਕਿਸ ਤਰੀਕੇ ਨਾਲ ਵਰਤਿਆ ਜਾਂਦਾ ਹੈ ਦੇਖਦੇ ਹਾਂ। ਤਾਂ ਜਿਹੜੀ ਜੋੜਨੀ ਹੁੰਦੀ ਹੈ ਉਹ ਇੱਕ ਡੈਸ਼ ਦੇ ਤਰੀਕੇ ਨਾਲ ਹੀ ਲਿਖੀ ਜਾਂਦੀ ਹੈ ਦੋਸਤੋ। ਇਸ ਤਰੀਕੇ ਨਾਲ ਜੋੜਨੀ, ਜਦੋਂ ਕੋਈ ਵਾਕ ਲਿਖਦੇ ਸਮੇਂ ਜੋੜਨੀ ਦੀ ਵਰਤੋਂ ਕਿੱਥੇ ਕਰਾਂਗੇ, ਜਦੋਂ ਕੋਈ ਵਾਕ ਲਿਖਦੇ ਸਮੇਂ ਸਤਰ ਦੇ ਅਖੀਰ ਵਿੱਚ ਸ਼ਬਦ ਪੂਰਾ ਨਾ ਆਉਂਦਾ ਹੋਵੇ ਤਾਂ ਉਸ ਨੂੰ ਤੋੜ ਕੇ ਦੂਜੀ ਸਤਰ ਵਿੱਚ ਲਿਖਵਾਉਣ ਲਈ ਜੋੜਨੀ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਅਸੀਂ ਪਹਿਲਾ ਉਦਾਹਰਣ ਦੇਖਦੇ ਹਾਂ। ਇਸ ਦਾ ਪਹਿਲਾ ਉਦਾਹਰਣ ਹੈ, ਉਹਨਾਂ ਵੱਲੋਂ ਪੂੰਜੀ ਸਹਾਇਤਾ ਬੜੇ ਕੰਮ ਆਈ। ਅਸੀਂ ਜਦੋਂ ਇਹ ਪੂਰੀ ਲਾਈਨ ਲਿਖਦੇ ਹਾਂ, ਪੂਰਾ ਵਾਕ ਲਿਖਦੇ ਹਾਂ, ਪੂਰੀ ਛਤਰ ਲਿਖਦੇ ਹਾਂ, ਤਾਂ ਜੇ ਹੁਣ ਉਹਨਾਂ ਵੱਲੋਂ ਪੂੰਜੀ ਸਹਾਇਤਾ, ਇੱਥੇ ਸਾਡੇ ਕੋਲ ਅਸੀਂ ਪੂਰਾ ਕੰਪਲੀਟ ਨਾ ਲਿਖੀਏ ਤਾਂ ਫਿਰ ਇੱਥੇ ਇੱਕ ਅਸੀਂ ਕੀ ਲਿਖਾਂਗੇ, ਇੱਥੇ ਜਿਹੜਾ ਇਹ ਵਾਲਾ ਸਾਈਨ ਯੂਜ਼ ਕੀਤਾ ਜਾਂਦਾ ਹੈ, ਅਸੀਂ ਇੱਥੇ ਇਸ ਤਰੀਕੇ ਨਾਲ ਇਹ ਵਾਲਾ ਸਾਈਨ ਯੂਜ਼ ਕੀਤਾ ਹੈ ਇਸ ਜਗ੍ਹਾ ਤੇ, ਤਾਂ ਇਹ ਸਾਡੀ ਕੀ ਹੋ ਜਾਏਗੀ, ਜੋੜਨੀ ਹੋ ਜਾਏਗੀ। ਯਾਨੀ ਕਿ ਇਹ ਜਿਹੜੇ ਦੋ ਸ਼ਬਦ ਹੁੰਦੇ ਆ ਉਹਨਾਂ ਨੂੰ ਜੋੜਨ ਦਾ ਕੰਮ ਕਰਦੀ ਹੈ। ਜਿਵੇਂ ਕਿ ਇਹਦਾ ਨਾਮ ਹੀ ਹੈ ਜੋੜਨੀ, ਤਾਂ ਇੱਥੇ ਲਿਖਿਆ ਸਹਾਇਤਾ ਪੂਰਾ ਲਿਖਣਾ ਸੀ ਅਸੀਂ, ਤਾਂ ਸਾਹਾ ਇੱਥੇ ਲਿਖ ਕੇ ਤੇ ਇਤਾ ਇੱਥੇ ਲਿਖਿਆ ਸਹਾਇਤਾ। ਤਾਂ ਉਹਨਾਂ ਵੱਲੋਂ ਪੂੰਜੀ ਸਹਾਇਤਾ ਬੜੇ ਕੰਮ ਆਈ। ਇਸ ਨੂੰ ਇਹ ਡੈਸ਼ ਲਾ ਕੇ ਸੌਰੀ ਇਸ ਨੂੰ ਇੱਥੇ ਜੋੜਨੀ ਲਾ ਕੇ ਲਿਖਿਆ ਗਿਆ। ਤਾਂ ਫਿਰ ਇਹ ਪੂਰੀ ਲਾਈਨ ਇਸ ਤਰੀਕੇ ਨਾਲ ਲਿਖੀ ਜਾਏਗੀ, ਉਹਨਾਂ ਵੱਲੋਂ ਪੂੰਜੀ ਸਹਾਇਤਾ ਬੜੇ ਕੰਮ ਆਈ। ਤੇ ਇੱਥੇ ਅਸੀਂ ਜੋੜਨੀ ਦੀ ਵਰਤੋਂ ਕਰਦੇ ਹਾਂ। ਯਾਨੀ ਕਿ ਛਤਰ ਦੇ ਅਖੀਰ ਵਿੱਚ ਜਦ ਸ਼ਬਦ ਸਾਡਾ ਪੂਰਾ ਨਾ ਆਉਂਦਾ ਹੋਵੇ ਤਾਂ ਅਸੀਂ ਉੱਥੇ ਜੋੜਨੀ ਦੀ ਵਰਤੋਂ ਕਰਦੇ ਹਾਂ। ਤਾਂ ਉਸ ਨੂੰ ਤੋੜ ਕੇ ਲਿਖਣਾ ਹੋਵੇ ਦੂਜੀ ਛਤਰ ਵਿੱਚ, ਫਿਰ ਅਸੀਂ ਜੋੜਨੀ ਦੀ ਵਰਤੋਂ ਕਰਦੇ ਹਾਂ। ਜਾਂ ਫਿਰ ਇਹਨਾਂ ਨੂੰ ਅਸੀਂ ਸਮਾਸੀ ਸ਼ਬਦਾਂ ਵਿੱਚ ਵੀ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜੋੜੇ ਜਾਣ ਵਾਲੇ ਦੋ ਸ਼ਬਦਾਂ ਵਿੱਚ ਜੋੜਨੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਹੁਣ ਇੱਥੇ ਮੰਨ ਲਓ ਸਮਾਸੀ ਸ਼ਬਦ ਹੈ ਸਾਡੇ, ਤਾਂ ਸਮਾਸੀ ਸ਼ਬਦਾਂ ਵਿੱਚ ਵੀ ਕੀ ਕਰਾਂਗੇ, ਸਮਾਸੀ ਸ਼ਬਦ ਬਣਾਉਣ ਸਮੇਂ ਵੀ ਅਸੀਂ ਜੋੜਨੀ ਦੀ ਵਰਤੋਂ ਕਰਦੇ ਹਾਂ। ਜਿਵੇਂ ਲੋਕ ਸਭਾ ਲਿਖਿਆ ਗਿਆ, ਤਾਂ ਲੋਕ ਤੇ ਸਭਾ ਦੇ ਵਿਚਾਲੇ ਅਸੀਂ ਜੋੜਨੀ ਦੀ ਵਰਤੋਂ ਕਰਦੇ ਹਾਂ। ਰਾਜ ਸਭਾ ਲਿਖਾਂਗੇ ਤਾਂ ਰਾਜ ਤੇ ਸਭਾ ਦੇ ਵਿਚਾਲੇ ਅਸੀਂ ਜੋੜਨੀ ਦੀ ਵਰਤੋਂ ਕੀਤੀ। ਫਿਰ ਇਸੇ ਤਰੀਕੇ ਨਾਲ ਜਗਬੰਦੀ ਦੇ ਵਿਚਾਲੇ, ਜਗ ਤੇ ਬੰਦੀ ਦੇ ਵਿਚਾਲੇ ਵੀ ਅਸੀਂ ਜੋੜਨੀ ਦੀ ਵਰਤੋਂ ਕੀਤੀ। ਇਸ ਤਰੀਕੇ ਨਾਲ ਬਹੁਤ ਸਾਰੇ ਸ਼ਬਦ ਹੋ ਜਾਣਗੇ। ਹੱਥ ਕੰਡੇ ਹੁੰਦਾ ਹੈ, ਹੱਥ ਕੰਡੇ, ਤਾਂ ਹੱਥ ਤੋਂ ਬਾਅਦ ਅਸੀਂ ਜੋੜਨੀ ਦੀ ਵਰਤੋਂ ਕਰਕੇ ਕੰਡੇ ਲਿਖਾਂਗੇ। ਜਾਂ ਫਿਰ ਵਿਆਹ ਸ਼ਾਦੀ, ਦਿਨ ਰਾਤ, ਆਪ ਹੁਦਰਾ, ਨਵਾਂ ਨਕੌਰ, ਇਸ ਤਰੀਕੇ ਦੇ ਜਿੰਨੇ ਵੀ ਸਾਡੇ ਸਮਾਸੀ ਸ਼ਬਦ ਹੁੰਦੇ ਨੇ ਉਹਨਾਂ ਵਿੱਚ ਜੋੜਨੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਅਸੀਂ ਨੈਕਸਟ ਪੜ੍ਹਦੇ ਹਾਂ ਦੋਸਤੋ ਬ੍ਰੈਕਟ। ਸਾਡੇ ਬ੍ਰੈਕਟ ਕਿਸ ਤਰੀਕੇ, ਇਸ ਤਰੀਕੇ ਨਾਲ ਅਸੀਂ ਬ੍ਰੈਕਟ ਦੀ ਵਰਤੋਂ ਕਰਦੇ ਹਾਂ। ਤਾਂ ਨਾਟਕਾਂ ਵਿੱਚ ਕਿਸੇ ਪਾਤਰ ਦਾ ਹੁਲੀਆ ਜਾਂ ਉਸਦੇ ਭਾਵ ਸਮਝਾਉਣ ਲਈ ਵਰਤਿਆ ਜਾਂਦਾ ਹੈ। ਬ੍ਰੈਕਟ ਦੀ ਵਰਤੋਂ ਦੋਸਤੋ ਜਦੋਂ ਅਸੀਂ ਕਿਸੇ ਨਾਟਕਾਂ ਵਿੱਚ ਕਿਸੇ ਪਾਤਰ ਜਾਂ ਹੁਲੀਏ ਦਾ ਪਾਤਰ ਦਾ ਹੁਲੀਆ ਦੱਸਣਾ ਹੋਵੇ ਜਾਂ ਉਸਦਾ ਭਾਵ ਸਮਝਾਉਣਾ ਹੋਵੇ ਤਾਂ ਅਸੀਂ ਬ੍ਰੈਕਟ ਦੀ ਵਰਤੋਂ ਕਰਦੇ ਹਾਂ। ਜਿਵੇਂ ਰਾਮ ਦੁਰਹੱਥ ਮਾਰ ਕੇ ਹਾਏ ਮੇਰਾ ਕੱਖ ਨਾ ਰਿਹਾ। ਰਾਮ ਦੁਰਹੱਥ ਮਾਰ ਕੇ ਹਾਏ ਮੇਰਾ ਕੱਖ ਨਾ ਰਿਹਾ। ਤਾਂ ਇਹ ਜਿਹੜੀ ਚੀਜ਼ ਅਸੀਂ ਇਸਦਾ ਭਾਵ ਦੱਸਣਾ ਹੋਵੇ, ਦੁਰਹੱਥੜ ਮਾਰ ਕੇ ਹਾਏ ਮੇਰਾ ਕੱਖ ਨਾ ਰਿਹਾ, ਤਾਂ ਜੇ ਵੀ ਹੈ ਜਾਂ ਫਿਰ ਸ਼ੋਰ ਮਚਾ ਕੇ ਜਾਂ ਫਿਰ ਉਦਾਸ ਹੋ ਕੇ, ਇਸ ਤਰੀਕੇ ਨਾਲ ਅਸੀਂ ਕੋਈ ਵੀ ਭਾਵ ਦੱਸਣਾ ਹੋਵੇ, ਹੈਰਾਨੀ ਹੋ ਕੇ, ਹੈਰਾਨ ਹੋ ਕੇ, ਕੋਈ ਵੀ ਚੀਜ਼ ਬਾਰੇ ਇਸ ਤਰੀਕੇ ਨਾਲ ਦੱਸਣਾ ਹੋਵੇ ਤਾਂ ਫਿਰ ਉਹਨਾਂ ਨੂੰ ਅਸੀਂ ਜਿਸ ਬ੍ਰੈਕਟ ਵਿੱਚ ਲਿਖਿਆ ਜਾਏਗਾ
ਇਸ ਤਰੀਕੇ ਨਾਲ ਇਸ ਬ੍ਰੈਕਟ ਦੀ ਵਰਤੋਂ ਕੀਤੀ ਜਾਂਦੀ ਹੈ। ਨਾਟਕਾਂ ਵਿੱਚ ਕਿਸੇ ਵੀ ਪਾਤਰ ਦਾ ਹੁਲੀਆ ਦੱਸਣਾ ਹੈ ਜਾਂ ਉਸਦਾ ਭਾਵ ਦੱਸਣਾ ਹੈ, ਯਾਨੀ ਕਿ ਜਿਹੜਾ ਵਾਕ ਬੋਲਿਆ ਗਿਆ ਹੈ ਉਹ ਕਿਸ ਤਰੀਕੇ ਨਾਲ ਬੋਲਿਆ ਗਿਆ ਹੈ, ਯਾਨੀ ਕਿ ਉਹ ਉਦਾਸੀ ਭਰਾ ਵਾਕ ਹੈ, ਹੈਰਾਨੀ ਭਰਾ ਹੈ, ਜਾਂ ਕਿਸ ਪ੍ਰਕਾਰ ਦਾ ਭਾਵ ਹੈ, ਉਹਦਾ ਭਾਵ ਸਮਝਾਉਣਾ ਹੋਵੇ ਤਾਂ ਅਸੀਂ ਉਹ ਜਿਹੜੀ ਲਾਈਨ ਲਿਖਾਂਗੇ, ਵਾਕ ਲਿਖਾਂਗੇ, ਉਹਦੇ ਵਿੱਚ ਅਸੀਂ ਇਸ ਤਰੀਕੇ ਨਾਲ ਬ੍ਰੈਕਟ ਦੀ ਵਰਤੋਂ ਕਰਦੇ ਹੋਏ ਉਹਦੇ ਵਿੱਚ ਉਸਦਾ ਭਾਵ ਸਮਝਾ ਕੇ ਅੱਗੇ ਉਸ ਵਾਕ ਨੂੰ ਕੰਪਲੀਟ ਕਰਾਂਗੇ। ਨੈਕਸਟ ਹੈ ਦੋਸਤੋ, ਦੂਸਰਾ ਅਸੀਂ ਜਿਹੜਾ ਬ੍ਰੈਕਟ ਹੈ ਉਹਦੀ ਵਰਤੋਂ ਵਾਕ ਵਿੱਚ ਆਏ ਕਿਸੇ ਸ਼ਬਦ ਦੇ ਅਰਥ ਸਪਸ਼ਟ ਕਰਨ ਲਈ ਵੀ ਵਰਤੀਆਂ ਜਾਂਦੀਆਂ ਹਨ। ਵਾਕ ਵਿੱਚ ਆਏ ਕਿਸੇ ਸ਼ਬਦ ਦੇ ਅਰਥ ਸਪਸ਼ਟ ਕਰਨ ਲਈ ਵੀ ਵਰਤੀਆਂ ਜਾਂਦੀਆਂ ਹਨ ਬ੍ਰੈਕਟ ਦੀ ਵਰਤੋਂ। ਜਿਵੇਂ ਹੁਣ ਇੱਥੇ ਲਿਖਿਆ ਸਾਡੇ ਕੋਲ ਇੱਕ ਉਦਾਹਰਨ ਹੈ, ਇਹ ਡੀਸੀ ਦਾ ਦਫ਼ਤਰ ਹੈ। ਹੁਣ ਡੀਸੀ ਨੂੰ ਸ਼ਾਰਟ ਫਾਰਮ ਵਿੱਚ ਲਿਖਿਆ ਗਿਆ, ਇਸ ਨੂੰ ਅਸੀਂ ਸਮਝਾਉਣਾ ਹੋਵੇ, ਅਰਥ ਸਪਸ਼ਟ ਕਰਨਾ ਹੋਵੇ ਕਿ ਇਹ ਡੀਸੀ ਦਾ ਅਰਥ ਕੀ ਹੈ ਤਾਂ ਡਿਪਟੀ ਕਮਿਸ਼ਨਰ ਹੋ ਜਾਏਗਾ। ਫਿਰ ਅਸੀਂ ਡਿਪਟੀ ਕਮਿਸ਼ਨ ਨੂੰ ਇਸੇ ਲਾਈਨ ਵਿੱਚ, ਇਸੇ ਵਾਕ ਵਿੱਚ ਅਸੀਂ ਇਸ ਤਰੀਕੇ ਨਾਲ ਬ੍ਰੈਕਟ ਦੀ ਵਰਤੋਂ ਕਰਦੇ ਹੋਏ ਲਿਖਾਂਗੇ। ਤਾਂ ਡਿਪਟੀ ਕਮਿਸ਼ਨ ਨੂੰ ਬ੍ਰੈਕਟ ਦੇ ਵਿੱਚ ਲਿਖ ਕੇ ਦਾ ਦਫ਼ਤਰ ਹੈ ਇਸ ਤਰੀਕੇ ਨਾਲ ਲਿਖਾਂਗੇ। ਰਾਜ ਪ੍ਰਬੰਧ ਪ੍ਰਸ਼ਾਸਨ ਦਾ ਆਵਾ ਗਿਆ ਹੈ। ਰਾਜ ਪ੍ਰਬੰਧ ਦਾ ਆਵਾ ਗਿਆ ਹੈ ਤਾਂ ਰਾਜ ਪ੍ਰਬੰਧ ਤੋਂ ਬਾਅਦ ਅਸੀਂ ਰਾਜ ਪ੍ਰਬੰਧ ਦਾ ਆਵਾ ਗਿਆ ਹੈ ਤਾਂ ਫਿਰ ਅਸੀਂ ਇੱਥੇ ਰਾਜ ਪ੍ਰਬੰਧ ਤੋਂ ਬਾਅਦ ਪ੍ਰਸ਼ਾਸਨ ਜੋ ਸ਼ਬਦ ਲਿਖਿਆ ਹੈ, ਯਾਨੀ ਕਿ ਅਸੀਂ ਸਮਝਾਉਂਦੇ ਹੋਏ ਲਿਖਦੇ ਹਾਂ ਕਿ ਰਾਜ ਪ੍ਰਬੰਧ ਨੂੰ ਲਿਖਿਆ ਜਾਂਦਾ ਹੈ ਪ੍ਰਸ਼ਾਸਨ, ਤਾਂ ਪ੍ਰਸ਼ਾਸਨ ਨੂੰ ਅਸੀਂ ਬ੍ਰੈਕਟ ਵਿੱਚ ਇਸ ਤਰੀਕੇ ਨਾਲ ਲਿਖਾਂਗੇ। ਯਾਨੀ ਕਿ ਕੋਈ ਚੀਜ਼ ਦਾ ਅਰਥ ਸਪਸ਼ਟ ਕਰਨਾ ਹੋਵੇ ਤਾਂ ਉਸ ਚੀਜ਼ ਨੂੰ ਅਸੀਂ ਬ੍ਰੈਕਟ ਵਿੱਚ ਲਿਖਦੇ ਹਾਂ। ਬ੍ਰੈਕਟ ਦੀ ਜਿਹੜੀ ਵਰਤੋਂ ਹੈ ਦੋਸਤੋ, ਉਹ ਅਸੀਂ ਮੁਹਾਵਰਿਆਂ ਦੇ ਵਿੱਚ ਵੀ ਜਦੋਂ ਅਸੀਂ ਮੁਹਾਵਰਿਆਂ ਜਾਂ ਵਾਕਾਂਸ਼ ਜਾਂ ਕੋਈ ਇਹੋ ਜਿਹੇ ਸ਼ਬਦ ਦਾ ਭਾਵ ਲਿਖਣਾ ਹੋਵੇ ਤਾਂ ਉਹਨਾਂ ਲਈ ਵੀ ਅਸੀਂ ਬ੍ਰੈਕਟ ਦੀ ਵਰਤੋਂ ਕਰਦੇ ਹਾਂ। ਜਿਵੇਂ ਅਸੀਂ ਮੰਨ ਲਓ ਅਸੀਂ ਕੋਈ ਇੱਕ ਵਾਕ ਬੋਲਦੇ ਹਾਂ ਕਿ ਬੰਗਾਲ 'ਚ ਸਿੱਖਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ, ਤਾਂ ਹੁਣ ਅਸੀਂ ਜੇ ਆਟੇ ਵਿੱਚ ਲੂਣ ਬਰਾਬਰ ਹੈ ਜਿਹੜਾ ਸਾਡਾ ਮੁਹਾਵਰਾ ਹੈ ਇਸ ਦੀ ਵਰਤੋਂ ਸਮਝਾਉਣੀ ਹੋਵੇ ਤਾਂ ਆਟੇ ਵਿੱਚ ਲੂਣ ਬਰਾਬਰ ਦਾ ਮਤਲਬ ਹੋ ਜਾਂਦਾ ਹੈ ਸਾਡਾ ਬਹੁਤ ਘੱਟ। ਤਾਂ ਅਸੀਂ ਲਿਖਾਂਗੇ ਇੱਥੇ ਕਿ ਬੰਗਾਲ 'ਚ ਜਿਹੜੀ ਸਿੱਖਾਂ ਦੀ ਗਿਣਤੀ ਹੈ ਆਟੇ ਵਿੱਚ ਲੂਣ ਬਰਾਬਰ ਹੈ, ਤਾਂ ਬਰਾਬਰ ਤੋਂ ਬਾਅਦ ਅਸੀਂ ਉਹਦੇ ਵਿੱਚ ਲਿਖਾਂਗੇ ਕਿ ਬਹੁਤ ਘੱਟ ਹੈ। ਤਾਂ ਅਸੀਂ ਐਂ ਲਿਖਾਂਗੇ ਬਹੁਤ ਘੱਟ ਹੈ, ਬਹੁਤ ਘੱਟ ਹੈ। ਤਾਂ ਅਸੀਂ ਉਹਨੂੰ ਬ੍ਰੈਕਟ ਵਿੱਚ ਲਿਖਦੇ ਹੋਏ ਉਸ ਚੀਜ਼ ਨੂੰ ਦਰਸਾਵਾਂਗੇ ਕਿ ਆਟੇ ਵਿੱਚ ਸਿੱਖਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ, ਯਾਨੀ ਕਿ ਇਹ ਜਿਹੜਾ ਮੁਹਾਵਰਾ ਹੈ ਇਸ ਦਾ ਮਤਲਬ ਹੈ ਬਹੁਤ ਘੱਟ ਹੈ। ਯਾਨੀ ਕਿ ਕਿਸੇ ਚੀਜ਼ ਨੂੰ ਸਮਝਾਉਣਾ ਹੋਵੇ ਤਾਂ ਉਸਨੂੰ ਅਸੀਂ ਬ੍ਰੈਕਟ ਦੀ ਵਰਤੋਂ ਕਰਦੇ ਹਾਂ। ਜਦੋਂ ਕਿਸੇ ਵਿਚਾਰ ਨੂੰ ਦੋਸਤੋ ਕਿਸੇ ਹਿੱਸਿਆਂ ਵਿੱਚ ਵੰਡਣਾ ਹੋਵੇ ਜਾਂ ਅੰਕਾਂ ਜਾਂ ਨੰਬਰਾਂ ਦੇ ਵਿੱਚ ਲਿਖਣਾ ਹੋਵੇ ਤਾਂ ਵੀ ਅਸੀਂ ਬ੍ਰੈਕਟ ਦੀ ਵਰਤੋਂ ਕਰਦੇ ਹਾਂ। ਤਾਂ ਕੋਈ ਵਿਚਾਰ ਦੱਸ ਰਹੇ ਹੋਵਾਂ ਅਸੀਂ ਤਾਂ ਉਹਨਾਂ ਨੂੰ ਅਸੀਂ 1, ਫਿਰ 2 ਨੂੰ ਬ੍ਰੈਕਟ ਦੇ ਵਿੱਚ, 3 ਨੂੰ ਬ੍ਰੈਕਟ ਦੇ ਵਿੱਚ, ਕਿਸੇ ਚੀਜ਼ਾਂ ਨੂੰ ਇਸ ਤਰੀਕੇ ਨਾਲ ਕ੍ਰਮਵਾਰ ਸਮਝਾਉਂਦੇ ਹਾਂ ਤਾਂ ਉਹਨਾਂ ਸਾਰੀਆਂ ਅੰਕਾਂ ਨੂੰ ਅਸੀਂ ਬ੍ਰੈਕਟ ਵਿੱਚ ਲਿਖ ਸਕਦੇ ਹਾਂ। ਬ੍ਰੈਕਟ ਦੀ ਹੋਰ ਵੀ ਕਈ ਥਾਵਾਂ 'ਤੇ ਵਰਤੋਂ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਨੈਕਸਟ ਪੜ੍ਹਦੇ ਹਾਂ ਦੋਸਤੋ ਛੁੱਟ ਮਰੋੜੀ। ਇਹ ਵੀ ਸਾਈਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤਾਂ ਛੁੱਟ ਮਰੋੜੀ ਨੂੰ ਦੋਸਤੋ ਜਿਹੜਾ ਇਹ ਸਾਈਨ ਵਰਤਿਆ ਜਾਂਦਾ ਇਹਨੂੰ ਇੰਗਲਿਸ਼ ਵਿੱਚ ਬੋਲਿਆ ਜਾਂਦਾ ਹੈ ਛੁੱਟ ਮਰੋੜੀ ਨੂੰ ਐਪੋਸਟ੍ਰੋਫੀ ਦਾ ਸਾਈਨ ਹੁੰਦਾ ਹੈ ਇੰਗਲਿਸ਼ ਵਿੱਚ, ਅਤੇ ਪੰਜਾਬੀ ਵਿੱਚ ਇਸ ਨੂੰ ਬੋਲਦੇ ਨੇ ਛੁੱਟ ਮਰੋੜੀ ਨੂੰ ਇੰਗਲਿਸ਼ ਵਿੱਚ ਬੋਲਦੇ ਨੇ ਐਪੋਸਟ੍ਰੋਫੀ। ਇਹ ਵਾਲਾ ਜਿਹੜਾ ਇਸ ਤਰੀਕੇ ਨਾਲ ਸਾਈਨ ਹੁੰਦਾ ਹੈ ਇਹ ਹੋ ਜਾਏਗਾ ਸਾਡਾ ਐਪੋਸਟ੍ਰੋਫੀ ਦਾ ਸਾਈਨ। ਇਸ ਤਰੀਕੇ ਨਾਲ ਇਹ ਵਾਲਾ ਸਾਈਨ ਹੁੰਦਾ ਹੈ ਛੁੱਟ ਮਰੋੜੀ ਦਾ। ਜਦੋਂ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਨੂੰ ਪ੍ਰਗਟ ਕਰਨਾ ਹੋਵੇ ਤਾਂ ਛੁੱਟ ਮਰੋੜੀ ਵਰਤੀ ਜਾਂਦੀ ਹੈ। ਜਦੋਂ ਕੋਈ ਵੀ ਕਿਸੇ ਸ਼ਬਦ ਨੂੰ ਅਸੀਂ ਛੱਡੇ ਹੋਏ ਅੱਖਰ ਨੂੰ ਪ੍ਰਗਟ ਕਰਨਾ ਹੈ ਤਾਂ ਫਿਰ ਅਸੀਂ ਛੁੱਟ ਮਰੋੜੀ ਦੀ ਵਰਤੋਂ ਕਰਦੇ ਹਾਂ। ਜਿਵੇਂ ਅਸੀਂ ਕੋਈ ਸੈਂਟੈਂਸ, ਕੋਈ ਵਾਕ ਹੈ ਉਹਦੇ ਵਿੱਚ ਸ਼ਬਦ ਲਿਖਣਾ ਹੋਵੇ ਵਿੱਚ, ਤਾਂ ਫਿਰ ਅਸੀਂ ਛੁੱਟ ਮਰੋੜੀ ਲਾ ਕੇ ਚੱਚਾ ਯਾਨੀ ਕਿ ਇਸ ਤਰੀਕੇ ਨਾਲ ਲਿਖ ਸਕਦੇ ਹਾਂ। ਉੱਤੇ ਫਿਰ ਅਸੀਂ ਇਸ ਤਰੀਕੇ ਨਾਲ ਛੁੱਟ ਮਰੋੜੀ ਲਾ ਕੇ ਸਿਰਫ ਇੱਕ ਸ਼ਬਦ ਲਿਖ ਸਕਦੇ ਹਾਂ, ਅਤੇ ਵਿੱਚੋਂ ਤਾਂ ਚੋਂ ਲਾ ਕੇ ਇਸ ਤਰੀਕੇ ਨਾਲ ਫਿਰ ਉਸ ਤੋਂ ਪਹਿਲਾਂ ਅਸੀਂ ਛੁੱਟ ਮਰੋੜੀ ਦਾ ਸਾਈਨ ਲਾ ਸਕਦੇ ਹਾਂ। ਤਾਂ ਇਸ ਤਰੀਕੇ ਨਾਲ ਛੁੱਟ ਮਰੋੜੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਅਸੀਂ ਇੰਗਲਿਸ਼ ਵਿੱਚ ਲਿਖਦੇ ਹੁੰਦੇ ਹਾਂ ਡੂ ਜਾਂ ਡਜ ਲਿਖਦੇ ਹਾਂ ਤਾਂ ਫਿਰ ਅਸੀਂ ਡੋਂਟ ਲਿਖਣਾ ਹੈ, ਫਿਰ ਅਸੀਂ ਇਹ ਡੋਂਟ ਇਸ ਤਰੀਕੇ ਨਾਲ ਕੌਮਾ ਲਾ ਕੇ ਇਸ ਤਰੀਕੇ ਨਾਲ ਐਪੋਸਟ੍ਰੋਫੀ ਲਾ ਕੇ ਲਿਖਦੇ ਹਾਂ ਕਈ ਸ਼ਬਦਾਂ ਨੂੰ। ਜਿਵੇਂ ਹੈਜ਼ ਨੋਟ, ਹੈਵ ਨੋਟ ਲਿਖਦੇ ਹਾਂ, ਫਿਰ ਉੱਪਰ ਦੀ ਤਰਫ ਇੱਕ ਜਿਹੜਾ ਐਪੋਸਟ੍ਰੋਫੀ ਦਾ ਸਾਈਨ ਯੂਜ ਕੀਤਾ ਜਾਂਦਾ, ਉਸੇ ਤਰੀਕੇ ਨਾਲ ਪੰਜਾਬੀ ਵਿੱਚ ਛੁੱਟ ਮਰੋੜੀ ਦਾ ਸਾਈਨ ਵੀ ਵਰਤਿਆ ਜਾਂਦਾ ਹੈ। ਇਸ ਤੋਂ ਬਾਅਦ ਅਸੀਂ ਲਾਸਟ ਪੜ੍ਹਦੇ ਹਾਂ ਦੋਸਤੋ। ਲਾਸਟ ਹੈ ਸਾਡਾ ਬਿੰਦੀ। ਤਾਂ ਬਿੰਦੀ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਉਹ ਕਿਸ ਤਰੀਕੇ ਨਾਲ ਅਤੇ ਕਿੱਥੇ ਕਿੱਥੇ ਕੀਤੀ ਜਾਂਦੀ ਹੈ। ਜਦੋਂ ਇਮਤਿਹਾਨਾਂ ਦੀਆਂ ਡਿਗਰੀਆਂ ਕਿਸੇ ਦੇ ਅਹੁਦੇ ਜਾਂ ਕਿਸੇ ਦੇ ਲਈ ਵਰਤੇ ਗਏ
ਸਤਿਕਾਰ ਰੂਪੀ ਸ਼ਬਦਾਂ ਨੂੰ ਸੰਖੇਪ ਵਿੱਚ ਲਿਖਣਾ ਹੋਵੇ ਤਾਂ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਦੋਸਤੋ ਡਿਗਰੀਆਂ ਦੇ ਨਾਮ ਲਿਖਣੇ ਹੋਣ ਅਸੀਂ, ਜਾਂ ਫਿਰ ਕੋਈ ਅਹੁਦਿਆਂ ਦੇ ਨਾਮ ਲਿਖਣੇ ਹੋਣ, ਜਾਂ ਕੋਈ ਸਤਿਕਾਰ ਰੂਪੀ ਸ਼ਬਦਾਂ ਦਾ ਵਰਤੋਂ ਕਰਨੀ ਹੋਵੇ ਤਾਂ ਫਿਰ ਅਸੀਂ ਬਿੰਦੀ ਦੀ ਵਰਤੋਂ ਕਰਦੇ ਹਾਂ। ਜਿਵੇਂ ਅਸੀਂ ਇੱਥੇ ਲਿਖਿਆ BA, ਤਾਂ BA ਲਿਖਣਾ ਹੈ ਤਾਂ ਫਿਰ ਅਸੀਂ ਜਿਵੇਂ ਇੰਗਲਿਸ਼ ਵਿੱਚ B ਤੋਂ ਬਾਅਦ ਡਾਟ ਦੀ ਵਰਤੋਂ ਕਰਦੇ ਹਾਂ, ਉਸੇ ਤਰੀਕੇ ਨਾਲ ਪੰਜਾਬੀ ਗ੍ਰਾਮਰ ਵਿੱਚ B ਤੋਂ ਬਾਅਦ BA, ਤਾਂ B ਤੋਂ ਬਾਅਦ ਫਿਰ ਬਿੰਦੀ ਦੀ ਵਰਤੋਂ, A ਤੋਂ ਬਾਅਦ ਫਿਰ ਬਿੰਦੀ ਦੀ। BA, MA, MBBS, ਤਾਂ ਇੱਥੇ ਕੀ ਕਰਿਆ ਜਾਏ, ਸ਼ਾਰਟ ਵਿੱਚ ਕੋਈ ਵੀ ਚੀਜ਼ਾਂ ਦੱਸਾਂਗੇ ਤਾਂ ਵਿੱਚ ਅਸੀਂ ਬਿੰਦੀਆਂ ਦੀ ਵਰਤੋਂ ਯਾਨੀ ਕਿ ਡਾਟ ਦੀ ਵਰਤੋਂ, ਬਿੰਦੀਆਂ ਦੀ ਵਰਤੋਂ ਕਰਾਂਗੇ। ਸਰਦਾਰ ਸਾਹਿਬ ਲਿਖਣਾ ਹੈ ਤਾਂ ਫਿਰ ਸੱਸੇ ਬਾਅਦ ਬਿੰਦੀ ਪਾ ਕੇ ਸੱਸਾ ਪਾਵਾਂਗੇ ਤਾਂ ਇਹ ਲਿਖਿਆ ਜਾਏਗਾ ਸਰਦਾਰ ਸਾਹਿਬ। ਯਾਨੀ ਕਿ ਜਿਹੜੇ ਸਾਡੇ ਸਤਿਕਾਰ ਰੂਪੀ ਸ਼ਬਦ ਹੁੰਦੇ ਨੇ ਉਹਨਾਂ ਵਿੱਚ ਵੀ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਜਾਂ ਫਿਰ ਅਸੀਂ ਡਿਗਰੀਆਂ, ਅਹੁਦੇ, ਇਸ ਤਰੀਕੇ ਦੇ ਜਿੰਨੇ ਵੀ ਸ਼ਬਦ ਹੁੰਦੇ ਨੇ ਉਹਨਾਂ ਨੂੰ ਜਦੋਂ ਅਸੀਂ ਸੰਖੇਪ ਵਿੱਚ ਲਿਖਦੇ ਹਾਂ, ਛੋਟਾ ਕਰਕੇ ਲਿਖਦੇ ਹਾਂ, ਉਹਨਾਂ ਦੇ ਨਾਂ ਦੱਸਣੇ ਹੋਣ ਤਾਂ ਫਿਰ ਅਸੀਂ ਉਹਨਾਂ ਦੇ ਵਿੱਚ ਬਿੰਦੀ ਦੀ ਵਰਤੋਂ ਕਰਦੇ ਹਾਂ। ਜਦੋਂ ਨੰਬਰ ਲਿਖਣੇ ਹੋਣ ਤਾਂ ਵੀ ਦੋਸਤੋ ਉਹਨਾਂ ਦੇ ਅੱਗੇ ਬਿੰਦੀ ਲੱਗਦੀ ਹੈ। ਜਿਵੇਂ ਹੁਣ ਅਸੀਂ ਅੰਕ ਲਿਖਣੇ ਹੈ, ਨੰਬਰ ਦੱਸਣੇ ਹੈ, 1 ਤੋਂ ਬਾਅਦ ਬਿੰਦੀ ਲੱਗੇਗੀ, ਠੀਕ ਹੈ। ਫਿਰ ਇਸੇ ਤਰੀਕੇ ਨਾਲ 2 ਤੋਂ ਬਾਅਦ ਬਿੰਦੀ, 3 ਤੋਂ ਬਾਅਦ ਬਿੰਦੀ, 4 ਤੋਂ ਬਾਅਦ ਬਿੰਦੀ। ਤਾਂ ਅਸੀਂ ਬਿੰਦੀ ਦੀ ਵਰਤੋਂ ਅੰਕਾਂ ਦੇ ਵਿੱਚ ਵੀ ਕਰਦੇ ਹਾਂ। ਡਿਗਰੀਆਂ ਨਾਲ ਵੀ ਇਹ ਸ਼ਬਦ ਵਰਤੇ ਜਾਂਦੇ ਨੇ। ਜਾਂ ਸੰਸਾਰ ਵੀ ਸੰਖੇਪ ਵਿੱਚ ਲਿਖਣਾ ਹੋਵੇ, ਜਿਵੇਂ ਮੰਨ ਲਓ ਤੁਸੀਂ ਹੁਣ ਇੱਥੇ ਲਿਖਣਾ ਹੋਵੇ ਮੈਂਬਰ ਆਫ ਪਾਰਲੀਮੈਂਟ ਲਿਖਣਾ ਹੈ, ਮੈਂਬਰ ਪਾਰਲੀਮੈਂਟ, ਤਾਂ ਅਸੀਂ MP ਲਿਖਦੇ ਹਾਂ ਤਾਂ ਉਸਨੂੰ ਅਸੀਂ M ਤੋਂ ਬਾਅਦ ਡਾਟ ਲਾਇਆ, P ਤੋਂ ਬਾਅਦ। ਉਸੇ ਤਰੀਕੇ ਨਾਲ ਅਸੀਂ ਪੰਜਾਬੀ ਵਿੱਚ ਇਹਨਾਂ ਚੀਜ਼ਾਂ ਨੂੰ ਜਦੋਂ ਸ਼ਾਰਟ ਵਿੱਚ ਲਿਖਦੇ ਹਾਂ ਤਾਂ ਫਿਰ ਅਸੀਂ ਬਿੰਦੀ ਦੀ ਵਰਤੋਂ ਕਰਾਂਗੇ। ਇਹ ਸੀ ਦੋਸਤੋ ਸਾਡਾ ਵਿਸ਼ਰਾਮ ਚਿੰਨ੍ਹ ਦਾ ਚੈਪਟਰ। ਇਹ ਸੀ ਕੰਪਲੀਟ ਚੈਪਟਰ ਪੜ੍ਹਿਆ ਸੀ, ਸਾਰੇ ਵਿਸ਼ਰਾਮ ਚਿੰਨ੍ਹਾਂ ਬਾਰੇ ਦੇਖਿਆ, ਉਹਨਾਂ ਦੀ ਪਰਿਭਾਸ਼ਾ ਵੇਖੀ, ਉਹਨਾਂ ਨਾਲ ਉਦਾਹਰਨ ਸਮਝਣ ਦੀ ਕੋਸ਼ਿਸ਼ ਕਰੀ ਕਿ ਜਿਹੜੇ ਸਾਡੇ ਵਿਸ਼ਰਾਮ ਚਿੰਨ੍ਹ ਨੇ ਉਹ ਕਿੱਥੇ ਕਿੱਥੇ ਤੇ ਕਿਸ ਤਰੀਕੇ ਨਾਲ ਵਰਤੇ ਜਾਂਦੇ ਨੇ। ਦੋਸਤੋ ਅਸੀਂ ਬਹੁਤ ਸਾਰੇ ਜਿਹੜੇ ਪੰਜਾਬੀ ਗ੍ਰਾਮਰ ਦੇ ਚੈਪਟਰ ਆਲਰੇਡੀ ਟੌਪਿਕ ਕੰਪਲੀਟ ਕਰਵਾ ਚੁੱਕੇ ਹਾਂ। ਜੇ ਤੁਸੀਂ ਨਹੀਂ ਦੇਖੇ ਤਾਂ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਪੰਜਾਬੀ ਗ੍ਰਾਮਰ ਦੀ ਤੁਹਾਨੂੰ ਪਲੇਲਿਸਟ ਮਿਲੇਗੀ, ਉਹਦੇ ਵਿੱਚ ਜਾ ਕੇ ਤੁਸੀਂ ਦੂਸਰੇ ਟੌਪਿਕ ਵੀ ਦੇਖ ਸਕਦੇ ਹੋ। ਅਸੀਂ ਪੂਰੀ ਡਿਟੇਲ ਵਿੱਚ ਉਹਨਾਂ ਸਾਰੇ ਟੌਪਿਕਾਂ ਨੂੰ ਕੰਪਲੀਟ ਤਰੀਕੇ ਨਾਲ ਸਮਝਾਇਆ ਹੋਇਆ ਹੈ। ਇਹ ਜਿਹੜਾ ਵਿਸ਼ਰਾਮ ਚਿੰਨ੍ਹ ਦਾ ਟੌਪਿਕ ਹੈ ਇਹ ਪੰਜਾਬੀ ਦੇ ਕੁਆਲੀਫਾਈ ਪੇਪਰ ਵਿੱਚ ਦਿੱਤਾ ਗਿਆ, ਅਤੇ ਬਾਕੀ ਹੋਰ ਵੀ ਜਿਹੜੇ ਇੰਪੋਰਟੈਂਟ ਪੰਜਾਬੀ ਦੀ ਗ੍ਰਾਮਰ ਹੈ ਉੱਥੇ ਵੀ ਇਹ ਜਿਹੜੇ ਮੇਨ ਐਗਜ਼ਾਮਸ ਨੇ ਉਹਨਾਂ ਵਿੱਚ ਵੀ ਪੰਜਾਬੀ ਦੇ ਵਿਸ਼ਰਾਮ ਚਿੰਨ੍ਹ ਦਾ ਟੌਪਿਕ ਆਉਂਦਾ ਹੈ। ਪੰਜਾਬ ਦੇ ਪੇਪਰਾਂ ਲਈ ਇਹ ਵੀਡੀਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਇਸੇ ਤਰੀਕੇ ਦੀਆਂ ਤੁਸੀਂ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ। ਮਿਲਦੇ ਹਾਂ ਦੋਸਤੋ ਕਿਸੇ ਨੈਕਸਟ ਵੀਡੀਓ ਵਿੱਚ। ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਥੈਂਕ ਯੂ, ਧੰਨਵਾਦ।